ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹਿ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਾ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਟੋਡੀ ਮਹੱਲਾ ਪੰਜਵਾ। ਮਾਈ ਮੇਰੇ ਮਨ ਕੀ ਪਿਆਸ, ਇਕ ਖਿਨ ਰਹਿ ਨ ਸਕੋ ਬਿਨ ਪ੍ਰੀਤਮ। ਦਰਸ਼ਨ ਕੋ ਦੇਖਨ ਕੋ ਧਾਰੀ ਮਨ ਆਸ। ਮਾਈ ਮੇਰੇ ਮਨ ਕੀ ਪਿਆਸ, ਇਕ ਖਿਨ ਰਹਿ ਨ ਸਕੋ ਬਿਨ ਪ੍ਰੀਤਮ। ਦਰਸ਼ਨ ਦੇਖਨ ਕੋ ਧਾਰੀ ਮਨ ਆਸ। ਰਹਾਉ ਸਿਮਰੋ ਨਾਮ ਨਿਰੰਜਨ ਕਰਤੇ, ਮਨ ਤਨ ਤੇ ਸਭ ਕਿਲ ਵਿਖ ਨਾਸ। ਪੂਰਨ ਪਾਰ ਬ੍ਰਹਮ ਸੁਖ ਦਾਤੇ, ਅਵਨਾਸੀ ਬਿਮਲ ਜਾ ਕੋ ਜਾਸ। ਸੰਤ ਪ੍ਰਸਾਦ ਮੇਰੇ ਪੂਰ ਮਨੋਰਥ, ਮੇਰੇ ਪੂਰ ਮਨੋਰਥ। ਕਰ ਕਿਰਪਾ ਭੇਟੇ ਗੁਣ ਤਾਸ। ਸ਼ਾਂਤ ਸਹਿਜ ਸੁਖ ਸੂਖ ਮਨ ਉਪਜੋ, ਕੋਟ ਸੂਰ ਨਾਨਕ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨ ਇਸ ਨਗਰ ਵਿੱਚ ਵੀ ਪਏ ਔਰ ਸੰਗਤਾਂ ਨੇ ਦਰਸ਼ਨ ਕੀਤੇ। ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਸੰਨਤਾ ਲਈਆਂ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਦੁਆਰੇ ਸਾਰੇ ਪਵਿੱਤਰ ਹੈ। ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਹਨ, ਮਹਾਰਾਜ ਦੇ ਨਿਸ਼ਾਨ ਝੁੱਲਦੇ ਹਨ। ਪਰ ਕੁਝ ਜਗ੍ਹਾ ਇਤਿਹਾਸਕ ਹੈ, ਜਿਨ੍ਹਾਂ ਦਾ ਇਤਿਹਾਸ ਨਾਲ ਸੰਬੰਧ ਜੁੜਿਆ ਹੋਇਆ। ਜਿਵੇਂ ਇਸ ਪਵਿੱਤਰ ਸਥਾਨ 'ਤੇ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਪਾਏ। ਉਹਨਾਂ ਦੇ ਚਰਨਾਂ ਦੀ ਛੋਹ ਦੇ ਨਾਲ ਇਸ ਸਥਾਨ ਨੂੰ ਪਵਿੱਤਰਤਾ ਮਿਲੀ ਔਰ ਬੜੇ ਸੁੰਦਰ ਗੁਰਦੁਆਰੇ ਸ਼ੋਭਾਇਮਾਨ ਹੋਏ। ਗੁਰੂ ਕੇ ਨਿਸ਼ਾਨ ਝੁੱਲਦੇ ਹਨ, ਦੀਵਾਨ ਸਜਦੇ ਹਨ, ਕਥਾ ਕੀਰਤਨ ਦੇ ਪ੍ਰੋਗਰਾਮ ਬਣਦੇ ਹਨ। ਅੱਜ ਸਾਰੀਆਂ ਸੰਗਤਾਂ ਦੇ ਮਨ ਵਿੱਚ
बड़ा उत्साह सी, प्यार सी कि काफ़ी समा होया गुरबाणी दी अमृत रूप कथा विचार श्रवण की जाए। तो गुरु महाराज ने कृपा करके पवित्र समा साध संगत नूं बख्शिश कीता है, क्योंकि बिन भागा सतसंग न लभै, बिन संगत मैल भरीजै जियो। भागां तो बिना सतसंगत मिलती नहीं, तो संगत नूं जदों बंदा टुट जाए इहदे अंदर फिर कई तरह दीयां बुराइयां दी मैल आ जाती है। जिहड़ा पानी दरिया जां नदी च वगदा रहे वो साफ रहिंदा है। भावें गंगा नूं पवित्र दरिया मन्निया, उहदा जल गंगा नूं टुट जाए वो भी छप्पड़ का रूप धार जाएगा, कई तरह के दोष पैदा हो जाएंगे। क्योंकि प्रवाह दे विच वगना जल साफ रहिंदा है। जदों पानी खड़ जाता है उहदे च फिर जाला पै जाता है, किरम पै जाते हैं, बदबू मारदा है, नहाउण धोण पीण दे किसी कारज काम नहीं आउंदा है। इस तरह जिहड़ा इंसान सेवा करता है, सिमरन करता है, सत्संग करता है, परोपकार करता है, कथा कीर्तन सुनता है, समय न अपनी किरत भी करता है, वो नेकी दे प्रवाह ते चलदा पवित्र रहिंदा है। जदों फिर ये रास्ता छड्डदा है ते तुसीं देखदे ही अज समाज दे विच जिहड़े भी व्यक्ति संगत नूं टुट गए, उन्हां दे अंदर नशे है, विषय विकार है, कई तरह दी बीमारियां, कई तरह के दोष पैदा हो के उन्हां दे जीवन नूं बर्बाद कर दिंदे हन। इस वास्ते महाराज ने साधु संगत गुरह बताई। गुरु साहब ने दस्या भी साधु जनां दी, महात्मा जनां दी संगत करनी है। उन्हां दी संगत करने दे नाल शुभ सिक्ख्या मिलती है। अमृत वेले दा जागना, इशनान, नाम जपना, गुरु घर जाना, सत्संगत करनी और अमृत छकना, रहतां प्रपक होना, करैतां त्यागणियां, बाणी दे सिद्धांत गुरमत विचार जिहड़ी है वो प्राप्त हुंदी है। क्योंकि कोई भी इंसान ऐसा नहीं जां संग करेगा सत्संगत जां कुसंग करेगा। कुसंग जिहड़ा है वो फिर डूबदा है, सत्संगत तारदी है। इस वास्ते कुसंग दोष बड़ा भैड़ा है, वो बड़बड़ियां दे जीवन बर्बाद कर दिंदा है। धन धन साहिब श्री गुरु अंगद देव जी महाराज जी ने इत्थे पवित्र चरण पाए, धरती नूं पवित्रता बख्शी। कुसंगत दे प्रभाव नाल जिस तरह गुरु अंगद साहिब दे अपमान वालों तुरे ते महाराज दे आउण दा बहाना इधर बन गया। डेरा साहिब आए, खान छापड़ी इस नगर आए, भागां वालियां ने लाहा लिया। धन धन साहिब श्री गुरु अंगद देव जी महाराज आप जी
ਜਿਹਨੂੰ ਅੱਜ ਮੱਤੇ ਦੀ ਸਰਾਂ ਕਹਿ ਦਿੰਦੇ ਆ, ਜਿਹੜੇ ਮੁਕਤਸਰ ਸਾਹਿਬ ਜਾਈਏ, ਉਸ ਨਗਰ ਦੇ ਵਿੱਚ 1561 ਵਿਕਰਮੀ ਵਿਸਾਖ ਸੁਦੀ ਏਕਮ ਦਿਨ ਸ਼ਨਿਚਰਵਾਰ 23 ਅਪ੍ਰੈਲ 1504 ਈਸਵੀ ਰੋਣੀ ਨਛੱਤਰ ਬਾਬਾ ਫੇਰੂ ਮਲ ਜੀ, ਮਾਤਾ ਸਭਰਾਈ ਅਤੇ ਦਇਆ ਕੌਰ ਵੀ ਨਾਮ ਪ੍ਰਸਿੱਧ ਹੈ, ਉਹਨਾਂ ਦੇ ਗ੍ਰਹਿ ਵਿਖੇ ਆਪ ਜੀ ਦਾ ਅਵਤਾਰ ਹੋਇਆ। ਹੁਣ ਤਾਂ ਉੱਥੇ ਬੜਾ ਸੁੰਦਰ ਸਥਾਨ ਸੁਭਾਇਮਾਨ ਹੈ, ਸਰੋਵਰ ਵੀ ਬਹੁਤ ਸੁੰਦਰ ਬਣਿਆ ਹੋਇਆ, ਸਰਾਂ ਵੀ ਹੈ, ਲੰਗਰ ਪਾਣੀ ਦਾ ਵੀ ਸੋਹਣਾ ਪ੍ਰਬੰਧ ਹੈ, ਅਤੇ ਮਹਾਂਪੁਰਖ ਉੱਥੇ ਸੇਵਾ ਕਰਦੇ ਹਨ। ਅਤੇ ਦਾਸ ਇੱਕ ਵਾਰੀ ਮੁਕਤਸਰ ਸਾਹਿਬ ਜਾਂਦੇ ਉੱਥੇ ਦਰਸ਼ਨ ਨੂੰ ਗਏ, ਅਤੇ ਪਿੱਛੋਂ ਮਹਾਂਪੁਰਖਾਂ ਨੇ ਬੁਲਾਇਆ, ਬਹੁਤ ਸੇਵਾ ਸਤਿਕਾਰ ਸਰੋਪਾ ਬਖਸ਼ਿਸ਼ ਹੋਈ। ਉਹਨਾਂ ਮਹਾਂਪੁਰਖਾਂ ਨੇ ਫਿਰ ਜਲ ਪਾਣੀ ਆਦਿਕ ਸਾਰੀ ਸੇਵਾ, ਸੰਗਤ ਦੀ ਸੇਵਾ। ਇਹ ਵੀ ਬਚਨ ਦੱਸਿਆ ਕਿ ਸ਼੍ਰੀਮਾਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਆਏ ਸੀ, ਅਤੇ ਉਹਨਾਂ ਦੀ ਇੱਛਾ ਮੁਤਾਬਕ ਫਿਰ ਉਹ ਸੰਤ ਕਹਿਣ ਲੱਗੇ, ਮੈਂ ਉਹਨਾਂ ਨੂੰ ਟਰੱਕ ਦੇ ਵਿੱਚ ਛੱਡ ਕੇ ਆਇਆ ਸੀ, ਆਪ ਡਰਾਈਵਰੀ ਕਰਕੇ। ਅਤੇ ਉਹਨੇ ਫਿਰ ਮਹਾਂਪੁਰਖਾਂ ਦਾ ਇਹ ਬਚਨ ਵੀ ਦੱਸਿਆ। ਸੋ ਇਸ ਤਰ੍ਹਾਂ ਉਹ ਮਹਾਰਾਜ ਦਾ ਅਵਤਾਰ ਨਗਰ ਅਵਤਾਰ ਸਥਾਨ ਹੈ। ਅਤੇ ਫਿਰ ਸਮੇਂ ਦੇ ਨਾਲ ਤੁਰਕਾਂ ਦਾ ਰਾਜ ਸੀ, ਕਈ ਵਾਰੀ ਹੇਰ ਫੇਰ ਹੁੰਦਾ ਰਿਹਾ, ਅਤੇ ਖਡੂਰ ਸਾਹਿਬ ਆਪ ਜੀ ਆ ਗਏ। ਮਾਤਾ ਖੀਵੀ ਦੇ ਨਾਲ ਉਹਨਾਂ ਦੀ ਸ਼ਾਦੀ ਹੋਈ। ਮਾਤਾ ਜੀ ਦੇ ਪਿਤਾ ਸਤਿਕਾਰਯੋਗ ਦੇਵੀ ਦਾਸ ਔਰ ਮਾਤਾ ਭਰਾਈ 16 ਮੱਘਰ 1576 ਵਿੱਚ ਮਹਾਰਾਜ ਦਾ ਸ਼ਾਦੀ ਹੋਈ ਹੈ। ਅਤੇ ਆਪ ਜੀ ਦੇ ਗ੍ਰਹਿ ਵਿਖੇ ਬਾਬਾ ਦਾਸੂ ਜੀ ਅਤੇ ਬਾਬਾ ਦਾਤੂ ਜੀ, ਬੀਬੀ ਅਮਰੋ ਅਤੇ ਬੀਬੀ ਅਨੋਖੀ, ਉਹਨਾਂ ਦਾ ਜਨਮ ਹੋਇਆ। ਔਰ ਆਪ ਜੀ ਨੇ ਪਹਿਲਾਂ ਆਮ ਦੇਵੀ ਦੇ ਸੰਗ ਜਾਂਦਾ ਹੁੰਦਾ ਸੀ, ਇਹਨਾਂ ਨੂੰ ਵੀ ਪ੍ਰੇਰਨਾ ਕੀਤੀ, ਕਹਿਣ ਲੱਗੇ ਵੀ ਜਾਣ ਲਈ ਅਤੇ ਤਿਆਰ ਹੋਵਾਂਗਾ, ਪਰ ਇਸ ਸ਼ਰਤ 'ਤੇ ਵੀ ਕਰਤਾਰਪੁਰ ਸਾਹਿਬ ਅੱਜ ਪਾਕਿਸਤਾਨ 'ਚ, ਕਿ ਉੱਥੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਆ, ਉਹਨਾਂ ਦੇ ਦਰਸ਼ਨ ਕਰਨੇ ਆ। ਕਹਿੰਦੇ ਠੀਕ ਹੈ। ਅਤੇ ਮਹਾਰਾਜ ਦੇ ਫਿਰ ਦਰਸ਼ਨ ਕਰਕੇ ਮਹਾਰਾਜ ਜੋਗੇ ਹੀ ਬਣ ਗਏ। ਅਤੇ ਸਵੇਰੇ ਰਾਤ ਉੱਥੇ ਰਹੇ। ਸਵੇਰੇ ਦੇਵੀ ਜਿਹੜੀ ਸੀ ਉੱਥੇ ਝਾੜੂ ਫੇਰ ਰਹੀ ਸੀ। ਪੁੱਛਿਆ ਵੀ ਮਾਤਾ ਜੀ ਆਪਣਾ ਪਰਚਾ ਦਿਓ। ਕਹਿਣ ਲੱਗੇ ਜਿਹੜੀ ਦੇਵੀ ਦੇ ਦਰਸ਼ਨ ਕਰਨ ਚੱਲਿਆ ਨਾ, ਮੈਂ ਉਹੀ ਹਾਂ। ਮੈਂ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਝਾੜੂ ਵਾਰੂ ਕਰਕੇ ਆਪਣਾ ਜਨਮ ਸਫਲਾ ਕਰਨਾ ਚਾਹੁੰਦੀ ਹਾਂ। ਉਹ ਸੰਗ ਨੂੰ ਕਹਿਣ ਲੱਗੇ, ਲਓ ਭਾਈ ਤੁਸੀਂ ਜਾਓ, ਮੇਰੀ ਯਾਤਰਾ ਤਾਂ ਪੂਰੀ ਹੋ ਗਈ, ਜਿੱਥੇ ਜਾਣਾ ਸੀ ਮੈਂ ਹੁਣ ਆ ਗਿਆ। ਬਾਬਾ ਆਵਣ ਜਾਣ ਰਹੇ ਹੋ, ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ।
ਉਹ ਤਾਂ ਫਿਰ ਚਲੇ ਗਏ। ਆਪ ਜੀ ਫਿਰ ਮਹਾਰਾਜ ਦੀ ਸੇਵਾ 'ਚ ਹੀ ਰਹੇ। ਪਿਆਗਿਆ ਨਾਲ ਖਡੂਰ ਸਾਹਿਬ ਵੀ ਆਏ। ਸੋ ਇਸ ਤਰ੍ਹਾਂ ਫਿਰ ਆਪਣੇ ਗੁਰੂ ਮਹਾਰਾਜ ਦੀ ਜਿਹੜੀ ਸਾਰੀ ਆਰਵਲਾ 47 ਸਾਲ 11 ਮਹੀਨੇ 3 ਦਿਨ, 12 ਸਾਲ 6 ਮਹੀਨੇ 14 ਦਿਨ ਗੁਰਤਾ ਗੱਦੀ 'ਤੇ ਬਿਰਾਜੇ ਹੈ। ਅਤੇ 1609 ਬਿਕਰਮੀ ਚੇਤ ਸੁਦੀ ਚੌਥ ਖਡੂਰ ਸਾਹਿਬ, ਅਤੇ ਆਪਣੇ 28 ਮਾਰਚ 1552 ਇਸ ਤਰ੍ਹਾਂ ਉਹਨਾਂ ਦੇ ਸੰਤਾਨ ਆ ਦਾਸੂ, ਦਾਤੂ, ਅਮਰੋ ਅਤੇ ਅਨੋਖੀ। ਅਤੇ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੇ 5 ਦਿਨ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪ ਜੀ ਨੂੰ ਗੱਦੀ ਦਿੱਤੀ ਹੈ। ਆਪਣੇ 1596 ਬਿਕਰਮੀ। ਪੰਜ ਦਿਨ ਪਹਿਲਾਂ ਕਰਤਾਰਪੁਰ ਸਾਹਿਬ ਪ੍ਰੀਖਿਆ ਹੋਈਆਂ। ਪ੍ਰੀਖਿਆ ਦੇ ਵਿੱਚ ਬਾਬਾ ਬੁੱਢਾ ਸਾਹਿਬ, ਭਾਈ ਸਧਾਰਨ, ਬੂੜਾ, ਕਲਾਲ, ਧੇਂਗੋ ਨਾਹੀ, ਛੀਹਾਂ, ਅਤੇ ਇਸ ਤਰ੍ਹਾਂ ਜਿਹੜੇ ਗੁਰਸਿੱਖ ਜਿੰਨੇ ਵੀ ਸੀਗੇ, ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੋ ਜੇ ਕਿਉਂ। ਸਿੱਖਾਂ ਅਤੇ ਪੁੱਤਰਾਂ ਸਾਰਿਆਂ ਦੀ ਘੋਖ ਪੜਤਾਲ ਕੀਤੀ, ਪ੍ਰੀਖਿਆ ਪਾਈਆਂ। ਕਦੀ ਤਾਂ ਭਾਈ ਆ ਚੂਹੀ ਚੁੱਕ ਕੇ ਬਾਹਰ ਸੁੱਟਿਓ, ਇਹ ਗੰਦੇ ਨਾਲ ਕਟੋਰਾ ਕੱਢ ਕੇ ਸਾਫ਼ ਕਰਕੇ ਲਿਆਓ, ਬਸਤਰ ਧੋ ਕੇ ਲਿਆਓ ਅੱਧੀ ਰਾਤ। ਅਤੇ ਫਿਰ ਇਸੇ ਤਰ੍ਹਾਂ ਧਾਨ ਗੁਰੂ ਭਰਾ ਕਰਤਾਰ, ਕੁੱਤੇ ਕੁੱਤੀਆਂ ਲੈ ਲੈ, ਜਿਹੜਾ ਆਉਣ ਮਗਤੈਰਾ ਮਾਰ ਕੇ ਭਜਾ ਦੇਣ। ਕੌਣ ਆ ਤੁਹਾਡੇ ਸਿੱਖ ਕਦੋਂ ਦੇ? ਇਹ ਮੁਰਦਾ ਖਾਓ। ਸਾਰੀਆਂ ਪ੍ਰੀਖਿਆ ਵਿੱਚ ਸੰਗਤ ਭੁੱਖੀ ਹੈ, ਕਿਕਰਾਂ ਨੂੰ ਝਾੜੋ। ਧੰਨ ਗੁਰੂ ਅੰਗਦ ਸਾਹਿਬ ਜੀ ਪਾਸ ਹੋਏ, ਅਤੇ ਫਿਰ ਮਹਾਰਾਜ ਨੇ ਖੁਸ਼ ਹੋ ਕੇ ਭਾਈ ਲਹਿਣੇ ਤੋਂ ਆਪਣੇ ਅੰਗ ਹਿਰਦੇ ਨਾਲ ਲਾ ਕੇ ਮਹਾਰਾਜ ਦਾ ਨਾਂ ਰੱਖਿਆ ਸ਼੍ਰੀ ਗੁਰੂ ਅੰਗਦ ਸਾਹਿਬ ਜੀ। ਪਹਿਲਾ ਨਾਂ ਤਾਂ ਲੈਣਾ ਸੀ ਨਾ। ਅਤੇ ਜਦੋਂ ਮਹਾਰਾਜ ਆਏ ਹੈ ਅਤੇ ਪੁੱਛਿਆ, ਇੱਥੇ ਸੁਣਿਆ ਧੰਨ ਗੁਰੂ ਨਾਨਕ ਸਾਹਿਬ ਬਾਰੇ, ਘੋੜੇ ਦੀ ਲਗਾਮ ਫੜ ਕੇ ਮਹਾਰਾਜ ਆਪ ਲਗਾ। ਜਿਹੜੇ ਆਸਣ 'ਤੇ ਸਜੇ ਦੇਖਿਆ, ਕਹਿੰਦੇ ਮਹਾਰਾਜ ਮੈਂ ਘੋੜੇ 'ਤੇ ਚੜ੍ਹ ਕੇ ਆਇਆ ਅਤੇ ਤੁਸੀਂ ਮੇਰੇ ਕੋਲ ਲਗਾਮ ਫੜ ਕੇ ਆਉਂਦੇ ਰਹੇ, ਮਾਫ਼ ਕਰ ਦਿਓ। ਕਹਿੰਦੇ ਤੇਰਾ ਨਾਂ ਕੀ ਹੈ? ਆਖੇ ਲੈਣਾ। ਕਹਿੰਦੇ ਜਿਹਨੇ ਲੈਣਾ ਹੁੰਦਾ ਉਹ ਘੋੜਿਆਂ ਚੜ੍ਹ ਕੇ ਆਉਂਦੇ, ਜਿਹਨੇ ਦੇਣਾ ਹੁੰਦਾ ਪੈਦਲ ਹੀ ਜਾਂਦੇ ਆ। ਗੱਜ ਕੇ ਬੋਲੋ। ਇੱਕ ਵਾਰੀ ਫਿਰ ਆਏ ਸੀ ਨਾ, ਅਤੇ ਮਹਾਰਾਜ ਝੋਨੇ 'ਚੋਂ ਨਦੀਨ ਕਢਾ ਰਹੇ ਸੀ। ਕਹਿੰਦੇ ਮੈਨੂੰ ਸੇਵਾ, ਕਹਿੰਦੇ ਆ ਪੰਡ ਚੁੱਕ ਲਓ। ਉਹ ਸਾਰੇ ਗਾਰੇ ਦੇ ਛਿੱਟੇ ਪੈ ਗਏ, ਜਾਮਾ ਬੜਾ ਕੀਮਤੀ ਸੀ। ਮਾਤਾ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਆਏ ਗਏ ਸਿੱਖਾਂ ਨੂੰ ਵੀ ਨਹੀਂ ਦੇਖਦੇ, ਕਿੰਨੇ ਅਮੀਰ ਘਰ ਦਾ ਸਿੱਖ ਸੀ, ਆ ਸਾਰੇ ਕੱਪੜੇ ਗਾਰੇ ਨਾਲ ਭਰ ਗਏ। ਕਹਿੰਦੇ ਚੋਣੀਏ ਇਹ ਗਾਰਾ ਨਹੀਂ, ਇਹ ਕੇਸਰ ਦੇ ਛਿੱਟੇ, ਇਹ ਪੰਡ ਨਹੀਂ ਚਕਾਈ, ਇਹਦੇ 'ਤੇ ਗੁਰਤਾ ਗੱਦੀ ਦਾ ਤਖਤ ਦਾ ਤਾਜ ਰੱਖਿਆ। ਗੱਜ ਕੇ ਬੋਲੋ ਸਤਿਨਾਮ। ਬਖਸ਼ਿਸ਼ ਕੀਤੀ ਮਹਾਰਾਜ ਨੇ। ਫਿਰ ਹੁਕਮ ਹੋ ਗਿਆ ਸੀ ਨਾ ਕਿ ਹੁਣ ਤੁਸੀਂ ਖਡੂਰ ਸਾਹਿਬ ਚੱਲ ਜਾਓ। ਉਦੋਂ ਫਿਰ ਮੁਗਲਾਂ ਦਾ ਰਾਜ ਸੀ, ਲੁੱਟ ਸੁੱਟ ਚੱਲਦੀ ਸੀ, ਪਿੰਡਾਂ ਨੂੰ ਉਜਾੜ ਦਿੰਦੇ ਸੀ, ਖੰਡਰ ਹੋਇਆ ਸ਼ਹਿਰ ਸੀ। ਅਤੇ ਮਹਾਰਾਜ ਨੇ ਕਿਰਪਾ ਕਰਕੇ ਉਹਨੂੰ ਵਸਾਇਆ, ਫੇਰ ਵਸਾਇਆ। ਫੇਰ ਆਣ ਸਤਿਗੁਰ ਖਾਡੂਰ, ਇਹ ਖੰਡਰ ਹੋਇਆ ਸ਼ਹਿਰ ਵਸਾਇਆ ਨਾ ਮਹਾਰਾਜ ਨੇ।
तो जो महाराज ज्योति जोत समा गए पहले ही भेज दिता सी। फिर दे लो माता उपर आई दे कोठे दरवाज़ा बंद करके आप जी सुन समाधि च बह गए सी। संगतां बड़ियां बेवल हो गईयां। बाबा बुढ़ा सिंह नूं बेनती की, उन्होंने फिर घोड़ी छड्डी, उत्थे आके खड़ गई। फिर बाबा जी वो दरवाज़ा खोल के अंदर गए कि महाराज संगत तुहाडे दर्शन बेवल हुई है, तुसीं अंदर बैठे हैं, संगत नूं दर्शन बख्शो। फिर महाराज ने किरपा की। इस तरह फिर एक समा महाराज दीवान ला के बैठे सी ते मलूका चौधरी सी, कहंदा मेरी मिर्गी नहीं हटदी। महाराज कहंदे भाई तू शराब ना पिया कर, मिर्गी हट जाएगी। बचन हुंदे महापुरखों दे, शराब छड्ड गया, मिर्गी हट गई। फिर वो मीह जा कोई ठंड ठुंड सी, आ गया ਇਹਦੇ नाल दे जुंडली दे, चौधरी साहब लियाओ अज छकीए छकाइए। कहंदा महाराज ने रोकिया, कहंदा भी आपां संतां दे गुरुआं दे मगर लग के थोड़ी गुजारा हुंदा। बस वो फिर माड़ी जिहड़ी कोई संगत है चुक माड़ी हुंदी ना पी लई। तो हुण बाणी च महाराज कहंदे जित पीता मत दूर होए, बरल पवै विच आए, अपना पराया न पछाणे, खसमों धक्के खाए, ऐसा मद मूल ना पीछे जे का पार वसै। तो महाराज का नाम भी अद्धा लैके कहंदा पी लई है। महाराज फिर जरन शक्ति हुंदी बड़ियां, हटिया ही नहीं, एको ही लिल फड़ ली। कहंदे चंगा फिर मिर्गी भी आ गई है। वो कोटे ते अटारी चो डिग के धौन टुट गई तो नाल ही मर गया। फिर इस नगर दे विच अपने एक तपा रहिंदा सी। वो तो महाराज की वडियाई जरना सुनदी, हर वेले सड़दा मचदा सी। कुदरती औड़ लग गई। वो खैरे जड़े जिमींदार सारे तपे दे चले सी। कहंदे भी तपा जी मीह पवाओ। वो कहंदे भी तुसीं हुण उन्हां नूं गुरु मनदे आ ते मैं मीह किवें पवां। उन्हां नूं कहो जां तां मीह पवाओ, नहीं तां नगर छड्ड जाओ। वो बस हुण इस तरह सारे अवैड़े आके महाराज नूं, महाराज कहण लगे भी तुसीं जिथे छड्डना छड्डिओ। वो महाराज मंजा चक के ते इत्थे आन छापड़ी छड्ड गए। हुण वो बथेरे मंत्र जंत्र करदा रहा, मीह पिया ना। ते जदों धन गुरु अमरदास महाराज आए, कहंदे सतगुर, कहंदे वो तां खैरिਆਂ ने इउं कीती है। तपे दे चुक चा के मगर लग के ये लाई लग लोग सोचा समझिया नहीं। हुण मीह कित्थों पैना सी, क्योंकि सारे देवते दा महाराज दे हुक्म च है। पैवे सूरज पैवे चंद को करोड़ी चलत नंद, सारा उन्हां दे पै हुक्म च है। तपे नूं कहण मीह मीह पिया नहीं। कहंदे गुरु तो भी बेमुख होए, इन भी कुछ नहीं किया। जद नूं धन धन साहिब श्री गुरु अमरदास जी उदों सेवक रूप सी आ गए। कहंदे महाराज हुण भुल कीती, पछताउंदे पे आ गल होई। वो कहंदे भी मीह तां पै जाऊगा, महाराज की बेअदबी बर्दाश्त नहीं कर सकते। एक पासे एक ढट्टा पजाली जोड़िया जाए, एक पासे तपे का सिर पसाया जाए। जिथे जिथे ले जाओगे मीह पऊगा। वो मीह पै गया। वो हुण घड़ीसी फिरन वे इधर साडा ना रह जा कम। वो बेचारा इस तरह ही मर गया। तो जदों फिर महाराज दे इत्थे आए, महाराज ने पिठ देती भी यह की कीता। कहंदे महाराज आप दी बेअदबी बर्दाश्त नहीं हुई। कहंदे भाई गाहां इहो जिहा काम नहीं करना। फिर वो सारे खैरिਆਂ नूं लैके आए तो माफ़ी मंगी। फिर महाराज फिर दयालु सीगे,
फिर उत्थे गए, फिर उत्थे इस तरह ही चहल पहल हो गई। फिर महाराज ने बच्चियां विच नौजवान सूरवीरता भरन लई मल खाड़ा गुरुद्वारा बनाया, चंगियां खुराकां देनियां, कुश्तियां करवाउणियां, अज भी वो स्थान है। फिर भाई बाला साहब बड़े विराग च रहिंदे भी महाराज ज्योति जोत समा गए। फिर महाराज ने दर्शन दिते, कहंदे ना बाबा मड़ी ना गोर, बाबा गुरु अंगद साहब दे हीए मैं उत्थे उन्होंने हिरदे च बैठे गुरु नानक साहब दर्शन। उदों उन्हों की उम्र भी काफ़ी सी भाई बाला जी की। वो फिर खडूर साहब आए तो महाराज ने अपना बड़ा गुर भाई जान के भी महाराज का मुंड कदीम का साथी है, बहुत सत्कार किया, आसन के बराबर बहा लिया। कहते महाराज तुसी बचपन तो लैके अखीर तो महाराज नाल रहे हैं, उन्होंने कौतक लिखाओ। हुण सी भी महाराज की जन्म तिथि अजकल तो हुण लिखते हैं ना, उदों आ कुंडलियां कंडलियां बनाते ही पंडे लोग। फिर भाई बाला उन्होंने भेजा तलवंडी। मेहता कल्याण चंद्र जी सचखंड चल गए सी ते चाचा लालू जी सी। कहते आ पटवार के कागज काफ़ी पै देख लो। वो 7 दिन फरोला फरोली तो बाद फिर वो महाराज जन्म पत्रा कह दो, कुंडली कह लो मिली, जी तो मतलब सही डेट जी तस्दीक करनी सी। फिर भाई बाला जी ने वो जन्म साखी सुनाई तो सुल्तानपुर का पैड़ा मौखा सी उन्होंने फिर लिखी तो गुरु अंगद साहब समाधि च हो जाते सी। फिर कहना भाई बाला ये अमृत जस तुहाडे ही वंडे हिस्से आया, गां की कौतक किया वो दसो। फिर भाई बाला जी ने अगले प्रसंग सुनाने। वो भाई बाले की जन्म साखी बजती है। अवतार तो लैके अखीर तक सारे प्रसंग सुनाए। सो इस तरह फिर एक बारी हमाजू शेरशाह शूरी तो हार गया। बैरम खां वजीर नूं पूछा किवें, कहंदे गुरु नानक पातशाह ना किरपा हुई सी, उन्हां दी गद्दी ते हुण धन धन साहिब श्री गुरु अंगद देव जी महाराज वो फिर इत्थे आया तो महाराज मौज दे मालिक सीगे समाधि च। तो जिवें रस्सी सड़ जाती बाटा नहीं ना जाता, हार चुका हंकार हाले भी है भी मैं राजा। कहंदे मैं राजा, इन उठ के मेरा स्वागत नहीं किया, नमस्कार नहीं की, आया बार लैन तो मन च देख लो हंकार। तो तलवार कढ़ के म्यान चों लगा महाराज दे बार कर। महाराज जानी जान। कहंदे जिथे तलवार चलाउणी सी शेरशाह शूरी दी उत्थे तां कहर होके दौड़े हैं, हुण साधां दी तलवारां चुकदा। बड़ा शर्मिंदा होया। कहंदे जे 8 साल धक्के खांदा फिरेगा फिर गल बनूगी, माफ़ी मंगी। इस तरह महाराज दे कौतक। फिर गुरु अमरदास सेवा च आए, 12 साल गोंद वालों जल लिया, इशनान को राज दमदमा उत्थे लाही करनी, करीर का दरख्त आ। कुदरती मीह नेरी सी, खड़ी दे टोए च डिगे। जलाहा जलाही नूं पुछदा कौन है, अखे होना कौन है, अमरू नथा मैं टुक वास्ते। तो साध संगत जी वो कहते मैं नथावा क्यों, धन गुरु नानक की गद्दी का मैं सेवक हाँ। कोट ब्रह्मंड को ठाकर स्वामी सर्व जियां का दाता रे, प्रतिपाले निसार संभल एक गुण नहीं मूर्ख जाता। फिर चलिए मैं नथावा, वो झली हो गई। फिर वो महाराज तो आ क्यों नहीं माफ़ी मंगी। वो खड्डी साहब गुरुद्वारा बन गया, उत्थे मल खड़ा है। फिर महाराज ने गुरमुखी अखरां नूं तरतीब दिती सारी, प्रचलित किया इन्हां नूं, किरपा की। धन गुरु अंगद साहब सच्चे पातशाह। सो इस तरह महाराज दे बेअंत कौतक हैगे आ। इस नगर च भी जिले देख लो बहाना बनया तपे का, आए
जिथे बाबे ईश्वर सिंह ने सेवा की, नगर ने सेवा की, तो महाराज चरण पाउण करके ये पवित्र स्थान सुभाएमान है, निशान झुलते हैं। गुरु महाराज मेहर करते हैं। सो इस वास्ते सतसंगियो, धन गुरु अंगद साहब सच्चे पातशाह, फिर माता खीवी जी आप देखो लंगर सेवा करते सी। माता खीवी नेक जन जिस बहुती छाओ पुत्राली, लंगर दौलत वंडिया रस अमृत खीर घ्याली। खीर चंगा घ्यो पा के फिर वरताउणा। हुण भी उन्हीं वो लंगर का दीवान हाल है, वह नाम माता खीवी के नाम से रखा। और इस तरह हाले भी कई बारी खीर वगैरह करते हैं याद विच। सो इस तरह महाराज दे बेअंत सतगुरां दे ये कौतक हैगे है। सो इतिहास के बेअंत हुंदे है, पर उन्हां दे इतिहास विचों बाणी विचों कोई एक भी नुकता जे मन च वसा लईए। महाराज का बचन है, किनका एक जिस जी वसावै, ताकि महिमा गनी ना आवे। ये किणका मात्र थोड़ा भी बचन हिरदे जो वसा लै। हुण भूमिया चोर नूं कहा सी ना, तू आ काम ना कर। महाराज ने बचन ने तिन्ने ही दिते सी। एक तां गरीब मार ना करी, लूण खा के हराम ना करी, ते झूठ ना बोली। राजे ने चोरी की, लूण खा बैठा, बूरे दे भुलेखे उत्थे छड़ गया। चोर डाकू फड़े, कुटमार कुछ ना, फिर आप पेश हो गया, सच बोलिया, चोर मैं, मैनू सज़ा दो। कहते आऊँ चोर काहनूं दसदा? कहते नहीं, मेरे गुरु का हुक्म सी। ते देख लो बचन कमाउण दे नाल भूमिया गुरसिख बनिया। भूमिया की संगत करके राजा ते प्रजा भी गुरसिख बन गई। बचन मनन विच बरकत है। सत वचन साधु उपदेश, सत ते जन जाके हृदय प्रवेश। घरां च लै लो, बाहर लै लो, किसी संस्था च लै लो, गुरु घर लै लो, जिथे बचन की मनौत है कलेश कोई भी नहीं। झगड़ा उदों ही है जो एक दूए के वचन नहीं मनता, आप उधरे बन जाइदा, कलेश खड़ा हो जाता। तो जे सत वचन की सांझ हो जाए फिर उत्थे सतयुग ही वरत जाता, आनंद हो जाता। जग हुंदे आ, समझो त्रेता आ, पूजा हुंदी दुआपर आ। तो जे कला करते फिर कलयुग, जे नाम जपीए वो कलयुग भी सतयुग बन जाता है। सो धन धन साहब श्री गुरु अंगद देव जी महाराज जी का ये परम पवित्र स्थान, तो जेड़े सेवा करते बरकत मिलती। क्योंकि हम जिमें धरती है ना, किन्नी जरखेज होवे, जे बाउंदे सुहागदे नहीं, बीज नहीं बीजते, जरखेज धरती जो भी कुछ नहीं रजना, उतों भी नहीं कुछ मिलना। धरती तो है वधिया, पर जिन्होंने बाया बीजिया, फसल रखा की, बोलों के बोल लग जाते, माया पदार्थ सारिया बरकत आ जानिया। तो जे रकड़ पई रहे तो उत्थे भी कुछ नहीं, झाड़ बूटे होणगे, भखड़ा रवाड़ियाँ प्याजियां होण। इस तरह शरीर भी एक धरती है, जे इहदे विच शुभ गुणां दा नाम दा बीज बीजांगे फिर तो वह इंसान भी बड़ा कीमती बन जाता। तो जे बुराई बीज लई उस मनुष्य नूं भी लोग थुकदे। तो जिन्होंने जीवन बना लिया उत्ते फुलों की बरखा हुंदी, जिधर जाते जय जयकार हुंदी, सरोपे मिलते, सत्कार मिलते। सो महाराज सच्चे पातशाह किरपा करदे। टोडी महला पंजवा। टोडी राग की बाणी, पंजवें सतगुरु धन धन साहिब श्री गुरु अर्जन देव जी महाराज।
ਕਿਰਪਾ ਕਰਦੇ ਮਾਈ ਮੇਰੇ ਮਨ ਕੀ ਪਿਆਸ। ਮਾਈ ਹੈ ਭਾਈ, ਮੇਰੇ ਮਨ ਦੇ ਵਿੱਚ ਤੇਰੇ ਦਰਸ਼ਨ ਦੀ ਪਿਆਸ ਹੈ। ਇੱਕ ਤਾਂ ਪ੍ਰਾਣਾਂ ਨੂੰ ਭੁੱਖ ਪਿਆਸ ਲੱਗਦੀ ਹੈ ਨਾ, ਜੰਮਣ ਮਰਨ ਸਰੀਰ ਦਾ ਧਰਮ ਆ, ਭੁੱਖ ਪਿਆਸ ਪ੍ਰਾਣਾਂ ਦਾ ਹਰ ਸ਼ੌਕ ਮੰਨਦਾ ਹੁੰਦਾ। ਇਹ 6 ਦੋਸ਼ ਹੈਗੇ ਜੀਵ ਦੇ ਵਿੱਚ। ਹੁਣ ਪ੍ਰਾਣ ਜਿਹੜੇ ਗਰਮੈਸ਼ ਹੁੰਦੀ ਹੈ ਪਾਣੀ ਚਾਹੁੰਦਾ, ਭੁੱਖ ਦੂਰ ਕਰਨ ਲਈ ਭੋਜਨ ਚਾਹੁੰਦਾ। ਇਹ ਵੀ ਪਿਆਸ ਬੇਖੇਬਾਕਾਰਾਂ ਦੀ ਪਿਆਸ, ਮਾਇਆ ਪ੍ਰਾਪਤੀ ਦੀ ਪਿਆਸ, ਪਦਾਰਥਾਂ ਦੀ ਜੁਦੀਆਂ ਜੁਦੀਆਂ ਪਿਆਸਾਂ ਹੈਗੀਆਂ। ਪਰ ਜਿਹੜੇ ਗੁਰਮੁਖ ਹੈ ਉਹਨਾਂ ਦੇ ਮਨ ਵਿੱਚ ਗੁਰੂ ਦੇ ਦਰਸ਼ਨ ਦੀ ਪਿਆਸ ਹੈ। ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਬਹੁ ਅੰਦਰ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਅੱਖਾਂ ਨੂੰ ਵੀ ਪਿਆਸ ਹੈ ਨਾ, ਗੁਰੂ ਦੇ ਦਰਸ਼ਨ ਨਾਲ ਸ਼ਾਂਤੀ ਆਉਂਦੀ ਹੈ। ਕਾਨਿਆਂ ਕੀਰਤਨ ਕਥਾ ਸੁਣ ਕੇ ਸ਼ਾਂਤ ਹੁੰਦੇ, ਰਸਨਾ ਨਾਮ ਜਪ ਕੇ ਹੁੰਦੀ, ਹੱਥਾਂ ਨਾਲ ਸੇਵਾ ਕਰੋ, ਪੈਰਾਂ ਨਾਲ ਨੇਕ ਮਾਰਗ 'ਤੇ ਚਲੋ, ਮਨ ਨਾਲ ਸਭ ਦਾ ਭਲਾ ਸੋਚੋ, ਬੁੱਧੀ ਨਾਲ ਚੰਗੀ ਗਿਆਨ ਵਿਚਾਰ ਗ੍ਰਹਿਣ ਕਰੋ। ਜੁਦੀ ਜੁਦੀ ਪਿਆਸ ਔਰ ਦਰਸ਼ਨ ਕਰਕੇ ਅੱਖਾਂ ਨੂੰ ਸ਼ਾਂਤੀ ਮਿਲਦੀ। ਗੁਰੂ ਮਹਾਰਾਜ ਦੇ ਦਰਸ਼ਨ ਕਹਿੰਦੇ ਮਾਈ, ਜਿਵੇਂ ਮਹਾਰਾਜ ਕਹਿੰਦੇ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈਂ, ਬਿਲਫ ਕਰਿਆ ਚਾਤਰ ਕੀ ਨਿਆਈ, ਰੇਖਾ ਨਾ ਉਤਰਿਆ ਸ਼ਾਂਤ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀ। ਦਰਸ਼ਨ ਤੋਂ ਬਿਨਾਂ ਸ਼ਾਂਤੀ ਨਹੀਂ। ਹੁਣ ਮਾਤਾ ਦੇ ਜੀਵਨ ਪੜ੍ਹ ਕੇ ਦੇਖੋ, ਮਾਤਾ ਸਾਹਿਬ ਕੌਰ ਜੀ ਮਹਾਰਾਜ ਦੇ ਦਰਸ਼ਨ ਤੋਂ ਬਿਨਾਂ ਫੋਕਾ ਪਾਣੀ ਵੀ ਨਾ ਪੀਂਦੇ ਹੁੰਦੇ, ਇੰਨਾ ਦ੍ਰਿੜਤਾ ਸੀ ਕਿ ਦਰਸ਼ਨ ਕਰਕੇ ਜਲ ਪਾਣੀ ਛਕਣਾ। ਅੱਜ ਵੀ ਕਈ ਗੁਰਸਿੱਖ ਆ ਜਿਨ੍ਹਾਂ 'ਚ ਗੁਰਦੁਆਰੇ ਜਾ ਕੇ ਮਹਾਰਾਜ ਦਰਸ਼ਨ ਨਾ ਕਰਨ, ਕੋਈ ਚੀਜ਼ ਛਕਣਗੇ ਨਹੀਂ। ਦਰਸ਼ਨ ਕਰਕੇ ਬਾਖ ਸੁਣ ਕੇ ਪਿਆਸ ਹੈ ਨਾ, ਜੇ ਪਿਆਸ ਹੋਵੇ ਫੇਰ ਹੈ, ਅਤੇ ਜੇ ਪਿਆਸ ਨਹੀਂ ਅਤੇ ਹੁਣ ਡੰਗਰ ਨੂੰ ਵੀ ਛੀ ਹੋ ਗਈ, ਇਹ ਪਾਣੀ ਕਾਹਨੂੰ ਪੀਂਦਾ? ਜੇ ਪਿਆਸ ਹੋਏ ਤਾਂ ਦੌੜੂਗਾ। ਅਤੇ ਜੇ ਮਨ 'ਚ ਗੁਰੂ ਦੇ ਦਰਸ਼ਨ ਦੀ ਪਿਆਸ ਹੈ ਨਾ, ਭੱਜੂਗਾ, ਗੁਰਦੁਆਰੇ ਨੂੰ ਬਹਿ ਨਹੀਂ ਸਕੂਗਾ। ਅਤੇ ਜਿਨ੍ਹਾਂ ਦੀ ਮਾੜੇ ਪਾਸੇ ਆ, ਕੋਈ ਸਿਨੇਮੇ ਜਾਏਗਾ, ਕਲੱਬਾਂ ਜਾਏਗਾ, ਪੱਬਾਂ ਜਾਏਗਾ, ਥੀਏਟਰਾਂ ਜਾਏਗਾ, ਡਾਂਸ ਨਾਚ ਮੁਜਰੇ ਭੰਗੜੇ ਉੱਧਰ ਨੂੰ ਦੌੜੂਗਾ, ਟੈਲੀਵਿਜ਼ਨ ਦੀਆਂ ਗੰਦੀਆਂ ਫਿਲਮਾਂ ਦੇਖੂਗਾ, ਉੱਧਰਲੀ ਪਿਆਸ। ਅਤੇ ਜਿਨ੍ਹਾਂ ਨੂੰ ਮਹਾਰਾਜ ਦੀ ਹੈ ਉਹ ਮਹਾਰਾਜ ਵੱਲ ਦੌੜਦੇ। ਮਨ ਕੀ ਪਿਆਸ, ਮੇਰੇ ਮਨ 'ਚ ਤੇਰੇ ਦਰਸ਼ਨ ਦੀ ਪਿਆਸ। ਤੂੰ ਚੋ ਸੱਜਣ ਮੈਡਿਆ ਡੇਈ ਸਿਸ ਅਵਤਾਰ, ਨੈਣ ਮਿਹੰਜੇ ਤਰਸਦੇ ਕਦ ਪੱਸੀ ਦੀਦਾਰ। ਕਦੋਂ ਤੇਰਾ ਦਰਸ਼ਨ ਕਰੀਏ। ਹੁਣ ਢਾਕੇ ਬਗਾਲੇ ਬਲਾਕੀ ਦਾਸ ਮਸਾਂਦੂ ਦੀ ਮਾਤਾ, 9ਵੇਂ ਪਾਤਸ਼ਾਹ ਪਲੰਗ ਰੱਖਿਆ ਆ, ਗੜਵਾ ਜਲ ਦਾ ਲੰਗਰ ਪਾਣੀ, ਅਰਦਾਸ ਬੇਨਤੀ ਕਰਨੀ, ਚੌਰ ਰੱਖਿਆ ਅਤੇ ਮੰਜੇ 'ਤੇ ਆਉਣਾ ਵੀ ਮਹਾਰਾਜ ਬੈਠੇ 9ਵੇਂ ਪਾਤਸ਼ਾਹ, ਅਤੇ ਚੌਰ ਕਰਨਾ। ਮਹਾਰਾਜ ਨੂੰ ਜਾਣ ਕੇ ਵੀ ਮਹਾਰਾਜ ਬੈਠੇ ਆ। ਅਤੇ ਬਲਾਕੀ ਦਾ ਨੇ ਕਹਿਣਾ ਮਾਤਾ ਸਾਡੇ ਗਰੀਬਾਂ ਦੇ ਕਿੱਥੇ? ਕਹਿੰਦੇ ਜ਼ਰੂਰ ਕਿਰਪਾ ਕਰਨਗੇ। ਜਦੋਂ ਮਹਾਰਾਜ ਗਏ ਫਿਰ ਪਲੰਗ 'ਤੇ ਬੈਠੇ, ਫਿਰ ਪ੍ਰਤੱਖੇ ਹੀ ਚੌਰ ਕੀਤਾ, ਜਲ ਪਾਣੀ ਲੰਗਰ ਪਾਣੀ, ਅਤੇ ਮਹਾਰਾਜ ਨੇ ਫਿਰ ਬਰਕਤਾਂ ਬਖਸ਼ੀਆਂ। ਅੰਦਰ ਭਾਵਨਾ ਹੋਵੇ ਅਤੇ ਮਹਾਰਾਜ ਮਿਹਰ ਵੀ ਕਰਦੇ ਆ, ਦਰਸ਼ਨ ਵੀ ਬਖਸ਼ ਦਿੰਦੇ ਆ, ਬਚਨ ਵੀ ਕਰਦੇ ਆ, ਕਿਰਪਾ ਕਰਦੇ ਆ। ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ, ਦਰਸ਼ਨ ਦੇਖਣ ਕੋ ਧਾਰੀ ਮਨੋਸ। ਕਹਿੰਦੇ ਜਦੋਂ ਫਿਰ ਤੋੜ ਲੱਗ ਜਾਂਦੀ ਨਾ ਮਨ ਨੂੰ, ਅਮਲੀ ਅਮਲ ਨਾ ਬੜਾ ਮੱਛੀ ਨੀਰ ਨਾ ਹੋਏ, ਅਮਲੀ ਨੂੰ ਅਮਲ ਨਾ ਮਿਲੇ, ਤੋੜ ਲੱਗਦੀ ਨਾ, ਭੱਜਦਾ। ਮੱਛੀ ਪਾਣੀ ਬਿਨਾਂ ਨਹੀਂ ਬਚਦੀ,
ਤੇ ਜਿਹੜਾ ਗੁਰੂ ਦਾ ਪਿਆਰਾ ਉਹ ਗੁਰੂ ਦੇ ਦਰਸ਼ਨ ਬਿਨਾਂ ਨਹੀਂ ਬਚਦਾ। ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ, ਪ੍ਰੀਤਮ ਪਿਆਰੇ ਸਤਿਗੁਰੂ ਦੇ ਦਰਸ਼ਨ ਤੋਂ ਬਿਨਾਂ ਕਹਿੰਦੇ ਇੱਕ ਖਿਨ ਵੀ ਨਹੀਂ ਉਹ ਰਹਿ ਸਕਦਾ। ਦਰਸ਼ਨ ਦੇਖਣ ਕੋ ਧਾਰੀ ਮਨ ਆਸ, ਮਾਤਾ ਭਾਗਪੁਰੀ ਸੀ ਕਸ਼ਮੀਰ 'ਚ, ਆਪਣੇ ਹੱਥੀਂ ਵਸਤਰ ਤਿਆਰ ਕੀਤੇ, ਅਰਦਾਸ ਵੀ ਛੇਵੇਂ ਪਾਤਸ਼ਾਹ ਮੈਂ ਤਾਂ ਬਿਰਧ ਹੋ ਗਈ ਹਾਂ, ਆ ਨਹੀਂ ਸਕਦੀ, ਤੁਸੀਂ ਕਿਰਪਾ ਕਰੋ। ਫਿਰ ਮਹਾਰਾਜ ਕਸ਼ਮੀਰ ਗਏ, ਉਹਦੇ ਵਸਤਰ ਗ੍ਰਹਿਣ ਕੀਤੇ। ਮਾਤਾ ਜੱਸੀ ਆਗਰੇ 'ਚ ਨੌਵੇਂ ਪਾਤਸ਼ਾਹ ਨੇ ਕਿਰਪਾ ਕੀਤੀ, ਉਹਨਾਂ ਦੀਆਂ ਭਾਵਨਾ ਪੂਰੀਆਂ ਕੀਤੀਆਂ। ਇਸ ਵਾਸਤੇ ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ, ਕਹਿੰਦੇ ਬਿਨਾਂ ਪ੍ਰੀਤਮ ਪਿਆਰੇ ਤੋਂ ਇੱਕ ਖਿਨ ਥੋੜ੍ਹਾ ਮਾਤਰ ਉਹ ਰਹਿ ਨਹੀਂ ਸਕਦੇ। ਦਰਸ਼ਨ ਦੇਖਣ ਕੋ ਧਾਰੀ ਮਨ ਆਸ, ਉਹਦੇ ਦਰਸ਼ਨ ਦੇਖਣ ਲਈ ਮਨ 'ਚ ਉਹਨਾਂ ਨੇ ਆਸ ਧਾਰੀ ਹੋਈ ਹੈ। ਉਹਨਾਂ ਦੇ ਦਰਸ਼ਨ ਦੀ ਇਹ ਵੀ ਆਸ ਹੈ ਨਾ। ਹੁਣ ਆਨੰਦਪੁਰ ਘੇਰੇ ਪੈ ਰਹਿੰਦੇ 8-8 ਮਹੀਨੇ, ਪਰ ਜਿਹੜੇ ਪ੍ਰੇਮੀ ਸੀ ਫਿਰ ਵੀ ਜਾਈ ਜਾਂਦੇ ਸੀ, ਫਿਰ ਨਾ ਰੁਕਦੇ। ਆ ਦਰਬਾਰ ਸਾਹਿਬ ਅਟੈਕ ਹੋਇਆ, ਪ੍ਰੇਮੀ ਫਿਰ ਵੀ ਜਾਂਦੇ ਸੀ, ਕਿਉਂ? ਮਨ 'ਚ ਪਿਆਰ ਸੀ, ਸ਼ਰਧਾ ਸੀ, ਭਾਵਨਾ ਸੀ। ਅੱਜ ਜਦੋਂ ਮੁਗਲਾਂ ਦਾ ਜ਼ੋਰ ਪਿਆ, ਕਹਿੰਦੇ ਕੋਈ ਸਿੱਖ ਹੈ ਦਰਬਾਰ ਸਾਹਿਬ ਦੀਵਾ ਜਗਾਏ, ਤੇ ਦੇਖ ਲਓ ਉਸ ਵੇਲੇ ਭਾਈ ਮਨੀ ਸਿੰਘ ਦੇ ਉਹ ਭਤੀਜੇ ਬਾਡੀਗਾਰਡ ਲੱਗੇ ਹੋਏ ਆ ਉਹਨਾਂ ਦੇ, ਕਿਵੇਂ ਸਰੋਵਰ ਤਰ ਕੇ ਗਏ, ਅੰਦਰ ਜੋਤ ਜਗਾ ਕੇ ਆਏ, ਸਿਰ ਤਲੀ 'ਤੇ ਰੱਖ ਕੇ ਦਰਸ਼ਨ ਕਰਦੇ ਰਹੇ, ਸੇਵਾ ਕਰਦੇ ਰਹੇ। ਬਾਬਾ ਦੀਪ ਸਿੰਘ ਸੀਸ ਵੱਡਾ ਕਰ ਬੈਸਣ ਦੀ ਜੈ, ਬਿਨ ਸਿਰ ਸੇਵ ਕਰੀ ਜੈ। ਭਾਈ ਮਨੀ ਸਿੰਘ ਸਾਹਿਬ ਜੀ ਨੇ ਦਰਬਾਰ ਸਾਹਿਬ ਵਾਸਤੇ ਬੰਦ ਕਟਾਇਆ ਵੀ ਦੀਵਾਲੀ ਦਾ ਜੋੜ ਮੇਲਾ ਲਾਉਣਾ। ਤੇ ਭਾਈ ਜੋਗਾ ਸਿੰਘ ਘਰ ਦੇ ਕਹਿੰਦੇ ਮਹਾਰਾਜ ਭੇਜ ਦਿਓ, ਵਿਆਹ ਕਰ ਦਈਏ। ਕਹਿੰਦੇ ਚੱਲ ਜਾਓ ਜੀ। ਕਹਿੰਦੇ ਤੇਰਾ ਨਾਂ ਕੀ? ਕਹਿੰਦੇ ਜੋਗਾ। ਕਹਿੰਦਾ ਕੀ ਮਹਾਰਾਜ? ਕਹਿੰਦੇ ਕਿਹਦੇ ਜੋਗਾ? ਕਹਿੰਦੇ ਤੇਰੇ ਜੋਗਾ। ਮਹਾਰਾਜ ਕਹਿੰਦੇ ਚੱਲ ਤੂੰ ਮੇਰੇ ਜੋਗਾ, ਮੈਂ ਤੇਰੇ ਜੋਗਾ। ਉਧਰ ਵਿਆਹ ਹੋਵੇ 3 ਲਾਵਾਂ ਤੇ ਚਿੱਠੀ ਚੱਲ ਗਈ, ਕਹਿੰਦਾ ਸੀ ਤੇਰੇ ਜੋਗਾ, ਦੇਖ ਤਾਂ ਲਈਏ। 1 ਲਾਮ ਰਹਿੰਦੀ ਚਿੱਠੀ, ਉਦੋਂ ਤੁਰ ਪਿਆ। ਉਹ ਕਹਿੰਦੇ ਹੁਣ ਤਾਂ ਐਵੇਂ 2-4 ਮਿੰਟ ਦਾ ਹੀ ਕੰਮ ਆ। ਕਹਿੰਦਾ ਨਹੀਂ, ਹੁਕਮ ਆ ਗਿਆ। ਉਹ ਹੁਸ਼ਿਆਰਪੁਰ ਗਿਆ, ਕੁਝ ਹੋਮੇ ਵਾਲਾ ਭਾਵ ਆ ਗਿਆ, ਇਹੋ ਜਿਹਾ ਵੀ ਸਿੱਖ ਹੋਊਗਾ ਜਿਹੜਾ ਲਾਵਾਂ ਛੱਡ ਕੇ ਤੁਰ ਪਊ। ਅਤੇ ਫਿਰ ਮਨ 'ਚ ਕੋਈ ਇਹੋ ਜਿਹੀ ਗੱਲ ਜਿਹੜੇ ਬਣੀ, ਮਹਾਰਾਜ ਪਹਿਰੇਦਾਰ ਬਣ ਕੇ ਰੱਖਿਆ ਕੀਤੀ। ਕਹਿੰਦੇ ਤੂੰ ਤਾਂ ਕਹਿੰਦਾ ਤੇਰੇ ਜੋਗਾ, ਅਤੇ ਹੁਣ ਉੱਧਰ ਕੰਜਰੀ ਦਾ ਨਾਚ ਮੁਜਰਾ ਦੇਖਣ ਤੁਰ ਪਿਆ ਸੀ। ਗੱਜ ਕੇ ਬੋਲੋ। ਫਿਰ ਮਾਫੀ ਮੰਗੀ, ਮਹਾਰਾਜ ਨੇ ਕਿਰਪਾ ਵੀ ਕਰ ਦਿੱਤੀ। ਇਸ ਵਾਸਤੇ ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ, ਇੱਕ ਖਿਨ। ਇੱਧਰ ਬਾਬਾ ਜਵਾਲਾ ਸਿੰਘ ਮਹਾਰਾਜ ਦੀ ਫੌਜ ਸੀ ਲੜਾਈ 'ਚ, ਉੱਧਰ ਸੰਤ ਮੱਘਰ ਸਿੰਘ ਸੀ ਰਾਮਗੜ੍ਹ ਵਾਲੇ, ਉੱਧਰ ਵੀ ਉਹਨਾਂ ਦਾ ਫੌਜ ਦਾ ਨਿਸ਼ਾਨ ਝੋਲੇ, ਅਤੇ ਇੱਧਰ ਵੀ। ਅਤੇ ਉਹ ਕੀਰਤਨ ਦੀ ਆਵਾਜ਼ ਆਈ, ਸੰਤ ਮੱਘਰ ਸਿੰਘ ਕਹਿਣ ਲੱਗੇ ਵੀ ਮਿਲੀਏ। ਕਹਿੰਦੇ ਜਾਈਏ ਕਿਵੇਂ? ਹੁਣ ਉਹ ਦਰਿਆ ਵਗੇ, ਉਹ ਕੁਦਰਤੀ ਇੱਕ ਮੁਰਦੇ ਦੀ ਲਾਸ਼ ਰੂੜੀ ਆਵੇ, ਉਹਦੇ ਉੱਤੇ ਬਹਿ ਕੇ ਆ ਗਏ। ਦੇਖੋ, ਉਹਨੂੰ ਤੋਲਾ ਬਣਾ ਕੇ ਆ ਕੇ ਮਿਲੇ, ਫਿਰ ਗਲਵੋਕੜੀ ਪਾ ਕੇ। ਇਹ ਪ੍ਰੇਮ ਦੀਆਂ ਗੱਲਾਂ। ਅਤੇ ਜੇ ਮਨ 'ਚ ਲੱਗ ਜਾਏ ਚੇਟਕ, ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ। ਇੱਕ ਖਿਨ ਵੀ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਨਾ ਬਚਦੀ, ਜਿਹੜਾ ਗੁਰੂ ਦਾ ਪ੍ਰੇਮੀ ਹੈ ਉਹ ਵੀ ਬਚਦਾ ਨਹੀਂ, ਉਹ ਤਾਂ ਮਹਾਰਾਜ ਵੱਲ ਦੌੜੂਗਾ। ਹਰੇਕ ਦੀ ਆਪੋ ਆਪਣੀ ਦੌੜ ਆ, ਗੁਰਸਿੱਖ ਮਹਾਰਾਜ ਵੱਲ ਨੂੰ ਜਾਂਦਾ, ਦੁਨੀਆ ਆਪੋ ਆਪਣੇ ਢੰਗ ਨਾਲ ਦੌੜ ਰਹੀ। ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ, ਦਰਸ਼ਨ ਦੇਖਣ ਕੋ ਧਾਰੀ ਮਨ ਆਸ। ਇੱਕ ਵਾਰੀ ਸੰਤ ਹਰਖਵਾਲ ਵਾਲੇ ਐਸਾ ਬਰਾਗ ਹੋਇਆ ਕਿ ਬਾਬਾ ਆਇਆ ਸਿੰਘ ਹੋਤੀ ਮਰਦਾਨ ਚਲ ਗਿਆ, ਸੰਗਤ ਨੂੰ ਦੱਸਿਆ ਹੀ ਨਹੀਂ।
कित्थे चले गए? सारे देखण बड़े हैरान। फिर जी उन्हें वरत रख लिया भी जाते आउंदे नहीं, भोजन ही नहीं खाना। संगत दे भी देख लो परण किहो जिहे हुंदे। फिर महापुरखों नूं होया भी संगत सारे भुखे बैठे। फिर आए, एक खिन रह न सको बिन प्रीतम, दर्शन देखन को धारी मन आस। धन धन बाबा करम सिंह होती मरदान वाले, वो प्रेमी महाराज मेरे घर लंगर छको दर्शन दो। वो कहते भी असीं तां भी बाहर जाते नहीं। निजम है? कहते महाराज, कहते चंगा लंगर तैयार चुबारे च रख दी, गुरु तेरी भावना पूरी करेगा। तैयार कर रखता, थले बैठे उड़ीकते आ, आए नहीं, हुण आउंदे हुण आउंदे। उत्ते भांडे खड़कण, वो नहीं कह भी कदों महापुरख लंघ गए। बैठे असीं पौड़ियां दे कोले सी। जिले उत्ते गए, लंगर छकिया तो है कोई भी ना। फिर आए, कहते असीं तां भी बाहर गए नहीं। कहते मैं लंगर, कहते तुहाडी भावना महाराज पूरी कर गए। गज के बोलो। दर्शन को धारी मन आस, दर्शन करन दी मन विच आस धारी। हुण आम दुनिया ते जांदी नहीं, इन्ने गुरुद्वारे देखे। ये कदी नहीं कहा भी गुरुद्वारे का मालक भी देखा कि नहीं। गुरुद्वारे देखा चंगी गल है, माड़ी नहीं, मारे स्थान दर्शन। पर जिहदा वो स्थान है उहदा भी तो दर्शन करना ना। वो भावना बने फिर दर्शन होंदे। भावना बन जाए, शरधा हो जाए, प्यार हो जाए। एक बार एक संत हुंदे सी, कहंदे महाराज रब दे दर्शन करा दिओ, रोज़ ही तंग करना। संत कहंदे चंगा फिर बुधवार वाले दिन ना दही लियाई, केसी इशनान करांगे फिर करांगे गल। वो लै आया। संतां ने की कीता, सप्प दा रूप धार के ना फनीअर उत्थे घूमे। वो कहंदा भी संत कित्थे गए? भी शायद बाहर क्रिया करन गए होने। भी सप्प बड़ा जबरदस्त है, संतां दे आउंदिआं मार दईए। उत्थे वो डांग पेश चक के दौड़े, वो डाह ना देवे, भज्जे जांदे ते दो तीन मारे दित्तियां, वो छपन हो गया। संत आ गए, कहंदे भगता दही लिया। कहंदे महाराज दही तो लियाया, अज तो बहुत बड़ा नाग सी, मारिया तो नहीं गया, तो डांगा जरूर दो तीन मारियां। कहंदे अच्छा। कहंदे लिया फिर दही इशनान करिए। आ मल साढ़े पिंडे से जिन्हें मलिया बड़ बड़ियां लाशां उभरियां। कहंदे महाराज किहड़ा पापी तुहाडे गल पिया, लाशां पईयां। संत चुप। जिले हटिया ना, कहंदे तेरी किरपा, तेरी किरपा। कहंदे मेरी महाराज किवें? कहंदे तैं डांगा मारी ने, असीं हुले रूप धारिया, देखिए भी रब नूं तूं इन्हां 'च देखदा। रब उदों दीदा जदों सारी प्रकृति 'च उहनूं देखण लग पईए। गज के बोलो। सब घट राम बोलै, रामा बोलै, राम बिना को बोलै रे। जदों जर्रे जर्रे 'च उहदा नूर देखांगे ना फिर दिसूगा। सानूं तां अपने 'च नहीं दीदा। तो जिवें भाई नंद लाल दी अख सी ना, नूर हरदर चश्म गुरु गोबिंद सिंह, रूह हरदर जिस्म गुरु गोबिंद सिंह। हर प्राणी दे अखां विच जोत मेरे गुरु गोबिंद सिंह दी, हर पुरुष दे शरीर विच रूह आत्मा मेरे गुरु गोबिंद सिंह दी। फिर गल बनती है, ये भावना बन जाए। ये भावना तो एक बारी माता यशोदा ने ना पंडे नूं नेंदा दिता। उन चौंक चांक पूरिया, बड़ी सोच पवित्र कर्म कांड, लंगर तैयार किया, भोग लाउण लगा, टल्ली खड़काई। तो कृष्ण महाराज उदों बाल स्वरूप ही आ गया, हसदे चाके खाण लग पिया, घूमते फिरते। वो तो जी लोहा लाखा होया, तुसीं नियाणे बड़े चंबलाए हुए आ, मैं मसीह बनाया सी, भोग लवाया तो इन्हें झूठा करता। वो बेचारे घर के गृहस्थी डरते होंदे आ कि श्राप ना दे। फिर महाराज होर आस्त लै लो, माफ़ कर दिओ, नियाणे आ, किहड़ा किसी ने सिखा लिया सी। वो जिले फे बना के अरदास कृष्ण महाराज फे खा गए। तीजी बारी फे तो जी बहुत लाहो लखा। वो कृष्ण महाराज फे कहते ना तो तू सानू भोग लवाना, जिले असीं खाने तो तू मेरी मां नाल लड़ी जाना। गज के बोलो। ना तो भगवान नूं भोग लवाना, जे भगवान भोग लाउंदा तू लड़दा।
फिर पता लगा भी महाराज तो बाल स्वरूप च घूम रहे। एक माई हुंदी सी, वो रोज़ लंगर बनाउणा, महाराज भोग लाउणा, महाराज ने छकना। एक कर्मकांडी मिल गया, वो कहंदा माई ना तू रोज़ केसी नहाउणी आ, ना लीड़े बदलदी आ, हैं भगवान भोग किवें लाउणगे। वो कहंदी भी रोज़ छकदे आ। आखे वो कर्मकांड च पाता। हुण महाराज आउण, हुण रोंदी भी महाराज अगे तो मैं इन्ना कर्मकांड ना करदी, तुसीं छकदे हुण। कहंदे मैं तो उसे टाइम आउणा, तू कूर किरिया चुलझी रैह्नी आ, मैं अड़ी के चले जाना। कूर किरिया उरजो सब ही जग, श्री भगवान को भेद ना पायो। कर्म धर्म पाखंड जो दिसै, तिन जम जागाती लूटै। नरवान कीर्तन गावह करते का, निमख सिमरत जित छूटै। संतो सागर पार तरिए, जे को बचन कमावै संतन का, सो गुर प्रसादी तरिए। भावना ਇਹਦਾ मतलब है सोच पवित्र रखनी है, नाल भावना होवे। ये नहीं भी निरा कर्मकांड बन जाए तो अंदर भावना होवे ही ना। फोका कर्मकांड, इहो जिहा कर्मकांडी नूं गुरु नानक साहब उपदेश दिता सी ना, कारी कढ़ी क्या थिया जे चारे बैठियां, नाल कबुद्ध डूमणी कदाया कसायण। पर निंदा कटचूड़ी मुट्ठी करो चंडाल। कारी कढ़ी क्या थिया जे चारे बैठियां, नाल आ तो सारियां तेरे नाल बैठियां। कमुद्ध डूमणी अमरासण बैठी है, कदाया कसायण कसाई दे घर वाली बैठी है। पर निंदा घट चूड़ी है, चूड़ी बैठी है जिहड़ी निंदिया करदा। मुट्ठी करो चंडाल, जिहड़ा लोकां नूं लुट के खाना। क्रोध चंडाल बैठा होया, ते तेरियां कारां कढ़ियां की करनगियां। आ अंदर तो सारे बैठे, कार कढ़ी सी कि बाहरला बंदा बड़े ना परछावां ना पवे, पिटिया ना जाए। हाँ जिहड़े चंडाल है तेरे अंदर बैठे है, ये तो तेरे बिच वड़ के बैठे है, तो तेरा लंगर सोचा कित्थों हो जू। सो इस वास्ते महाराज कहंदे जे भावना बन जाए ना, फिर दर्शन दिंदे आ। राय बलार ने बेनती भेजी सी ना, तो महाराज उसले भाई लालो को सी बहुत खिच। जिले गए शरीर बिरद, उठना तो उठ नहीं होंदा। महाराज कहंदे नहीं राज साहब लेटे रहो। महाराज जाके चरणा मत्था टेकता। कहंदे महाराज मैं तुहानूं मत्था टेकना सी। कहंदे चाहे मत्था टेक के बख्शिश कर दी, चाहे टिका के कर दी, गल तो बख्शिश दी है। गज के बोलो, ये तो महाराज की मौज है। मौज तू भगतां के बस, भगतां तान तेरा, वो भगतां दे बस। इस करके ਉਹਦਾ जोगी अंदर जोगी आ, भोगी अंदर भोगी आ, तेरा अंत ना पाया। सुरग मछ पै आल जियो, हों वारी हों वारणे, कुरबान तेरा नावनो। सब संसार पाया, सिर सिर धंधे लाया। वो तो धंधियां दे लाइयो दुनिया। बिरला आ जड़ा उधर तुरदा। एक खिन रह ना सकों बिन प्रीतम, जिन्हों प्यार पै जांदा वो कहंदे फिर एक खिन भी नहीं रह सकदा। दर्शन को देख धारी मन आस, तेरे दर्शन दी मन विच आस धारी हुई है। राहो सिमरो नाम निरंजन करते, निरंजन जे माया रूपी अंजन कालख तो रहत शुद्ध स्वरूपी परमेश्वर तेरे नाम दा करते पुरख सिमरन करते हाँ। इहदा फल की है? कई अजकल कहते एवें वाहिगुरू वाहिगुरू करी जो सतनाम सतनाम, की मिलूगा? महाराज कहते हैं मन तन ते सब किल विख नास। मन दे पाप भी, तन दे पाप भी, बाणी दे पाप भी, किल निश्चय करके विख जहर दी ने जिहड़े पाप सारे नाश हो जाते। पाप नाश हो जाते हैं। जिमें अग की चिंगियाड़ी किन्ना घाह का ढेर होवे फूक के सुआह कर दिंदी है। परमेश्वर का नां जड़ा ये पापां नूं नाश करता है। दीवा वाले अंधेरा जाए, वेद पाठ मत पापां खाए। दीवा वालना हनेरा थोड़ी ना, कित्थे गया हनेरा? भावें किन्नियां सदियां दा होवे, जदों लाइट होए उदों दौड़ जू। तो जिथे नाम आ गया उत्थे पाप भी भज जांदे। सुनिया दुख पाप का नाश। ਉਹਦਾ नाम सुनने ना, पढ़न ना, जपन ना, अभ्यास करने ना, सारे पाप दूर हो जाते। हुण जिहड़े दपालपुर गया कोड़ी सी,
ਤੇ ਮਹਾਰਾਜ ਨੇ ਕੀਰਤਨ ਕੀਤਾ, ਜਿਉ ਤਬ ਤੈ ਬਾਰੋ ਵਾਰ, ਸਰੀਰ ਤੰਦਰੁਸਤ, ਬਾਣੀ ਦੇ ਪ੍ਰਤਾਪ ਨਾਲ ਮਨ ਤਨ ਤੇ ਸਭ ਕਿਲਵਿਖ ਜਾਸ। ਮਨ ਔਰ ਤਨ ਦੇ ਵਿੱਚ ਜਿੰਨੇ ਵੀ ਕਿਲਵਿਖ ਪਾਪ ਆ, ਬ੍ਰਾਹਮਣ ਕੈਲੀ ਘਾਤ ਕੰਜ ਕਾ ਅਣਚਾਰੀ ਕਾ ਧਾਨ, ਵਿਦਵਾਨ ਦਾ ਮਰਨ, ਕਪਲਾ ਗਊ ਦਾ, ਅਣਚਾਰੀ ਦਾ, ਵਿਭਚਾਰੀ ਦਾ ਧਾਨ ਖਾਣਾ, ਔਰ ਇਹ ਸਾਰੇ ਪਾਪ ਨਾਸ ਹੋ ਜਾਂਦੇ ਆ। ਪੂਰਨ ਪਾਰ ਬ੍ਰਹਮ ਸੁਖ ਦਾਤੇ, ਉਹ ਪੂਰਨ, ਉਹਦੇ 'ਚ ਅਧੂਰਾਪਨ ਹੈ ਨਹੀਂ। ਪਰਾਬਾਣੀ ਦੇ ਵਿੱਚ ਬ੍ਰਹਮ ਸਾਰੇ ਫੈਲਿਆ ਹੋਇਆ ਵਿਆਪਕ ਸਰੂਪ ਆ, ਵਿਰਾਟ ਰੂਪ। ਸੁਖ ਦਾਤੇ, ਸੁੱਖਾਂ ਦਾ ਦਾਤਾ। ਧੰਨ ਗੁਰੂ ਅੰਗਦ ਸਾਹਿਬ ਆਉਂਦੇ ਸੀ, ਰੋਗੀਆਂ ਦੇ ਦ੍ਰਿਸ਼ਟੀ ਪਾਉਂਦੇ ਸੀ, ਨਾਲੇ ਰੋਗ ਹਟ ਜਾਂਦੇ ਸੀ। ਅਬਨਾਸੀ, ਨਾਸ ਤੋਂ ਰਹਿਤ, ਪ੍ਰਭ ਮੇਰਾ ਤਿਰਥਾਵਰੀ ਹੋ ਰਾਵੇ ਜਾਏ। ਬਾਕੀ ਦਾ ਜੋ ਪਜੋ ਸੋ ਬਿਨ ਸਹਿ ਪਰੋ, ਆਜ ਕਹਿ ਕਾਲ ਨਾਨਕ ਹਰ ਗੁਣ ਗਾਏ ਲੈ ਛੱਡ ਸਲ ਜਿੰਦਾ। ਜਿਹੜਾ ਵੀ ਆਇਆ ਜਾਣਾ ਇਹ ਰਹਿਣ ਵਾਲੀ ਨਹੀਂ, ਉੱਡ ਜਾਏਗੋ ਧੂਮ ਬਾਦਰੋ, ਧੂਏਂ ਦੇ ਬਦਲ ਉੱਡ ਜਾਣੀਆਂ ਇਹ ਦੇਹਾਂ। ਰਹਿਣ ਵਾਲਾ ਤਾਂ ਪਰਮੇਸ਼ਰ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਥ। ਬਾਕੀ ਤਾਂ ਸਭ ਪਨਾਹ ਫਿਲਾ ਹੈ। ਉਹ ਅਵਨਾਸੀ, ਨਾਸ ਤੋਂ ਰਹਿਤ, ਉਹ ਅਵਨਾਸੀ ਰਾਇਆ, ਉਹ ਤਾਂ ਨਾਸ ਤੋਂ ਰਹਿਤ। ਬੇਮਲ ਜਾ ਕੋ ਜਾਸ, ਉਹਦਾ ਜਸ ਬੇਮਲ ਮੈਨੇ ਬੜਾ ਪਵਿੱਤਰ ਆ। ਬਾਕੀਆਂ ਦਾ ਤਾਂ ਬਨੌਟੀ ਜਸ ਹੈ ਨਾ, ਮਾਇਆ ਦਾ। ਮਾਇਆ ਨਾਲ ਸੋਭਾ ਬਣਾਉਂਦੇ ਆ, ਮਾਇਆ ਦੀ ਸੋਭਾ ਚਾਰ ਦਿਹਾੜੇ ਜਾਂਦੇ ਬਿਲਮ ਨਾ ਹੋਈ। ਮਾਇਆ ਨਾਲ ਠਾਠਾ ਵਾਗਾ ਲੋਕਾਂ ਦੇ ਪ੍ਰਭਾਵ ਬਣਾ ਕੇ ਆਪੋ ਆਪਣਾ ਜਸ ਬਣਾਈ ਜਾਣਾ, ਪਰ ਇਹਦਾ ਐਵੇਂ ਬਨੌਟੀ ਹੈ। ਪਰ ਜਿਹੜਾ ਗੁਰੂ ਦੀ ਕਿਰਪਾ ਨਾਲ ਮਿਲਦਾ ਜਾਂ ਪਰਮੇਸ਼ਰ ਦਾ ਜਾਂ ਉਹਨਾਂ ਦਾ, ਬਿਮਲ ਜਾਂ ਕੋ ਜਾਸ, ਬਿਮਲ ਮੈਨੇ ਮੈਲ ਤੋਂ ਰਹਿਤ ਉਹਦਾ ਜਸ ਆ। ਬਾਕੀ ਦਾ ਮੈਲ ਮਿਲੀ ਹੈ ਨਾ, ਹੰਕਾਰ ਹੁੰਦਾ, ਹਉਮੈ ਹੁੰਦੀ ਮੇਰੀ ਕੋਈ ਵਡਿਆਈ ਕਰੇ, ਮੇਰਾ ਜਸ ਕਰੇ। ਇੱਕ ਸੰਤ ਹੁੰਦਾ ਸੀ ਤੇ ਰਾਜੇ ਨੇ ਇੱਕ ਨੂੰ ਗੁਰੂ ਬਣਾਇਆ ਸੀ। ਬੜੀ ਪੂਜਾ, ਬੈਂਡ ਵਾਜੇ। ਸੰਤ ਕਹਿੰਦੇ ਲੰਗਰ, ਕਹਿੰਦੇ ਆ ਸਾਡਾ ਗੁਰੂ ਤਾਂ ਖਾਂਦਾ ਕੁਝ ਨਹੀਂ। ਕਹਿੰਦੇ ਖਾਂਦਾ ਇਹ ਮਾਣ ਵਡਿਆਈ ਖਾਂਦਾ। ਹੁਣ ਭੋਰੇ 'ਚੋਂ ਜੋ ਨਿਕਲਦਾ ਸੀ ਬੈਂਡ ਬਾਜੇ ਵਜਣ। ਇੱਕ ਜੌਂ ਗੁਲਾਬ ਜਲ ਨਾਲ ਛਕ ਲੈਣਾ, 40 ਦਿਨ ਚਲੀਸਾ ਕਰਨਾ। ਕਹਿੰਦੇ ਅੱਜ ਕੋਈ ਬੈਂਡ ਬਾਜਾ ਨਹੀਂ ਆਉਣਾ, ਕੋਈ ਹਾਰ ਲੈ ਕੇ ਨਹੀਂ ਆਉਣਾ। ਜਿਹੜੇ ਨਿਕਲਿਆ ਗੱਜ ਖਾ ਕੇ ਡਿੱਪਿਆ ਵੀ ਅੱਜ ਕੀ ਗੱਲ ਹੋਈ? ਕਹਿੰਦੇ ਆਹ ਮਾਣ ਖਾਂਦਾ ਸੀ। ਮਾਨ ਮੁਨੀ ਮੁਨ ਵਰਗਲੇ ਮਨ ਸਭੈ ਕੋ ਖਾਏ। ਇਹ ਮਾਣ ਖਾਂਦਾ ਸੀ। ਰੋਟੀ ਤਾਂ ਸਾਰੇ ਖਾਂਦੇ ਆ ਭੁੱਖ ਮਿਟਾਉਣ ਲਈ, ਇਹ ਮਾਣ ਦਾ ਭੋਜਨ ਖਾਂਦਾ ਸੀ। ਪਰ ਗੱਲ ਉਦੋਂ ਬਣਨੀ ਹੈ ਮਨ ਮਨ ਪੰਜਾਈਆ ਗੁਰ ਚਰਣੀ ਲਾਗੋ ਰਾਮ, ਜਦੋਂ ਮਾਣ ਤੋਂ ਨਿਮਾਣਾ ਹੋ ਜਾਏ, ਮਾਣ ਤਿਆਗ ਕੇ ਨਿਮਾਣਾ ਹੋ ਜਾਏ। ਇਹ ਉਹਦਾ ਜਸ ਐਸਾ ਪਵਿੱਤਰ। ਸੰਤ ਪ੍ਰਸਾਦ ਮੇਰੇ ਪੂਰ ਮਨੋਰਥ। ਸੰਤਾਂ ਦੀ ਜਿੱਤੇ ਪ੍ਰਸਾਦ ਕਿਰਪਾ ਹੋ ਜਾਏ ਨਾ, ਉਹਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ। ਪਰ ਪ੍ਰਸਾਦ ਕਿਰਪਾ ਲੈਣ ਲਈ ਮਿਹਨਤ ਬੜੀ ਕਰਨੀ ਪੈਂਦੀ। ਇਹ ਵੀ ਪੜ੍ਹਾਈ ਬਹੁਤ ਔਖੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਨੇ 12 ਸਾਲ ਗਾਗਰਾਂ ਢੋਈਆਂ ਪ੍ਰਸਾਦ ਕਿਰਪਾ ਲੈਣ ਵਾਸਤੇ। ਕਿਰਪਾ ਲੈਣ ਲਈ ਲੋਕ ਟਿਚਰਾਂ ਕਰਦੇ ਸੀ। ਆ ਟੁੱਕ ਵਾਸਤੇ ਕੁੜਮਾਂ ਦੇ ਬੈਠਾ ਭਾਈ ਜੇਠਾ ਟੋਗਰੀ ਢੋਰ ਹੈ, ਬੌਲੀ ਸਾਹਿਬ ਦੀ ਸੇਵਾ। ਉੱਧਰ ਸੋਢੀ ਆ ਗਿਆ, ਕਹਿੰਦੇ ਜੇਠਿਆ ਤੈਂ ਤਾਂ ਸਾਨੂੰ ਮਿੱਟੀ 'ਚ ਮਿਲਾਤਾ। ਸਾਡੀ ਸੋਢੀਆਂ ਦੀ ਇੰਨੀ ਉੱਚੀ ਕੁੱਲ, ਉਹ ਤੂੰ ਜਵਾਈ ਹੋ ਕੇ ਆ ਮਿੱਟੀ ਢੋਣ ਡਿਆ ਇੱਥੇ, ਤੇਰਾ ਬਾਈਕਾਟ ਕੀਤਾ, ਭਾਂਡਾ ਛੇਕਿਆ। ਕਹਿੰਦੇ ਮੈਂ ਤਾਂ ਜਿੱਦਣ ਲਾਹੌਰੋਂ ਆਇਆ ਉਦਣ ਦਾ ਹੀ ਛੇਕ ਆਇਆ। ਲੋਕ ਟੰਬ ਸਭੋਂ ਤੋਂ ਤੋਰਿਆ ਤੋਂ ਆਪਨ ਬੇਢੀ ਆਵੈ ਉਹ ਉਦਣ ਦਾ ਹੀ। ਅਤੇ ਜਿਹੜਾ ਲੋਕ ਲਾਜ ਫਸਿਆ ਉਹ ਸੇਵਾ ਨਹੀਂ ਕਰ ਸਕਦਾ, ਸਿਮਰ ਨਹੀਂ ਕਰ ਸਕਦਾ, ਅੰਮ੍ਰਿਤ ਛਕਣ ਤੋਂ ਕੰਨੀ ਵੱਟੂਗਾ। ਲੋਕ ਕੀ ਕਹਿਣਗੇ? ਬਹੁਤੀ ਦੁਨੀਆ ਤਾਂ ਇੱਥੇ ਖੜੀ ਹੈ ਨਾ। ਅਤੇ ਜਿਲੇ ਧੰਨ ਗੁਰੂ ਅਮਰਦਾਸ ਸੱਚੇ ਪਤਾ ਲੱਗਾ ਵੀ ਸੋਢੀਆਂ ਨੇ ਆਹ ਗੱਲ ਕੀਤੀ, ਮਾਰੇ ਕਹਿੰਦੇ ਕਰਾਓ ਇਸ਼ਨਾਨ। ਬਾਬਾ ਬੁੱਢਾ ਸਾਹਿਬ ਚੰਦਨ ਆ ਗਿਆ, ਕੇਸਰ ਆ ਗਿਆ,
लाओ भी टिका। ते बैठा सोढ़ी पातशाह रामदास सतगुरु कहावै, सतगुरु बनाते कहते ये कार दा टोकरा नहीं, ये गुरु नानक दी गद्दी दा ताज है। संत प्रसाद, प्रसाद इउं मिलदी है, उमें हरेक को किरपा कर दिओ जी। भी किरपा की पढ़ाई की नहीं तो गल्लां बातां नाल किरपा, कि टीचर को चल जाओ महाराज किरपा कर दो मैं PhD कर लवां, वो कहता 16-18 धक्के खाएगा, फीसां खर्चेगा, रात जागेगा, भुख प्यास नाल युद्ध करेगा, नींद नाल युद्ध करेगा, विद्या पढ़ेगा, इम्तिहान होऊगा हैं ना, फेल होवे फिर ही आ, फेल होया बाद भी समा लग जाता। भी उमें कह दो भी घोल के थोड़ी पढ़ा देनी है। एक दुनियावी विद्या लैण लई किन्नी मेहनत, माया पदार्थ ने देसां में धक्के खांदे किन्नी मेहनत आ, तो रब दे घर कहते करिए काणी कौडी देन तो मिल सब कुछ जाए। ये किवें हो जाएगा? किरपा लैण वास्ते किरपा की भी पढ़ाई है, इहदा भी सकूल आ। बाबा मंझ 84 पिंडां दी चौधर छड्ड के किवें सेवा की, फिर किरपा हुई। संत प्रसाद, उन्हां संतां दी प्रसाद किरपा लैण वास्ते। हुण साडे संत बाबा महेंद्र सिंह महाराज दे नाल रहे, तो महाराज कहंदे मास्तां दी सेवा करी, जिहले समा गए तो मास्तां दा काम ਇਹੋ ਜਿਹੀ ਵਿਅੰਗ ਕਿਰਿਆ ਕਰਨੀ ਵੀ ਕਿਸੇ ਤੈਨੂੰ ਨਿਸ਼ਰਦਕ ਹੋ ਕੇ ਭੱਜ ਜਾਏ, ਨਿਸ਼ਰਦਕ ਹੋ ਜਾਏ, ਜਾਣ ਕੇ ਕਰਨਾ। ਪਰ ਉਹ ਸੰਤ ਬਾਬਾ ਮਹਿੰਦਰ ਸਿੰਘ ਉਹ ਨਿਸ਼ਰਦਕ ਨਹੀਂ ਹੋਏ, ਵੱਡੇ ਵੱਡੇ ਨਿਸ਼ਰਦਕ ਹੋ, ਵੱਡੇ ਵੱਡੇ। ਪਰ ਉਹ ਕਸਵੱਟੀ ਲਾਉਂਦੇ ਗਏ, ਕਸਵੱਟੀਆਂ ਝੱਲਦੇ ਗਏ, ਅਖੀਰੀ ਫਿਰ ਕਿਰਪਾ ਕਰਤੀ। ਫਿਰ ਸੰਤਾਂ ਨੇ ਦੱਸਿਆ, ਕਈਆਂ ਨੇ ਕਹਿਣਾ ਕਿਰਪਾ, तो संतां ने कहना मैं तो मुल महंगी लई जी सटे, मुल महंगी लई, इहदा महंगा सौदा सस्ता नहीं। किरपा लैण वास्ते बड़ी पढ़ाई करनी पैंदी है। संत प्रसाद मेरे पूर मनोरथ, कहंदे संतां दी प्रसाद किरपा ना मेरे सारे मनोरथ पूरे होए। कर किरपा भेटे गुणदास, जदों किरपा कर दिंदे ना गुणा का तास खजाना रूपी परमेश्वर आके भेटे मिल पैंदा, फिर वो मिल पैंदा आके किसी न किसी रूप में आके मिल पैंदा है। की पता किहड़े रूप में आना, बंदा उदों डोल जाता। कबीर साहब की परीक्षा हुई सी ना, तेरी पूछट उपर झमकवाल, इस घर में तू है सो ढूंढ खाए, छीके पर तेरी बहुत डीठ, पूछे कई रोटियां टंगियां उधर देख, चक्की का चीथरा लैके दौड़ा, कहते कित्थे ले जाना, कहते मैं पछाण लिया तैनू, कहते तू सारे देखदा, कहते तू है नहीं सारियां च, जां कहते है नहीं, जां तो यह कह तू सारियां च नहीं, जे तू सारियां च हैं तो फिर ठीक ठाक ही। कहते कबीर हुण तैनू नहीं कोई भुला सकदा, तेरी ज्ञान की अख खुल गई, तू जिधर देखदा तैनू सारे परमात्मा ही नज़र आ रहा, परमात्मा नज़र आ रहा, चार चफेरे देख रहा, ब्रह्म दिसै ब्रह्म सुनिया, ब्रह्म ब्रह्म बखानी है, ये तेरी बिरती बन गई है। इस बार कहते हैं संत प्रसाद मेरे पूर मनो कर कृपा भेटे गुण तास, शांत सहज सूख मन उपजो। कहते जदों फिर महाराज की किरपा हो जाती ना, शांति आ जाती। धन गुरु अर्जन तत्ती तवी ते बैठे, रेता पै रहा, जे ठंड का महीना, इन्नी ठंड अग भी शर्मिंदी हो जाती है, शर्मसार कि मैं साड़ के सब नूं सुआह कर दिनी है। पर इत्थे तो इन्नी ठंड आ कि मेरी अग की तपश बुझ गई, तपत कड़ाह बुझ गया गुर शीतल नाम दियो। ਹੁਣ ਕਿੰਨੀ ਕੌਡੇ ਦੇ ਹਿਰਦੇ 'ਚ ਅੱਗ ਹੋਊ, ਫਿਰ ਹੀ ਕੜਾਹਤ ਪਾ ਕੇ ਬੰਦੇ ਤਲ ਤਲ ਖਾਂਦਾ ਸੀ। ਜਿਹੜੇ ਮਹਾਰਾਜ ਨੇ ਦ੍ਰਿਸ਼ਟੀ ਕੀਤੀ, ਉਹ ਕੜਾਹਾ ਸਭ ਠੰਡਾ। ਪਹਿਲੀ ਵਾਰੀ ਕਹਿੰਦਾ ਕੌਣ ਆ? ਮਹਾਰਾਜ ਕਹਿੰਦੇ ਦੇਖ ਲਾ, ਤੂੰ ਹੀ ਦੇਖ ਲੈ, ਚਰਨ ਬਸ ਮਾफ़ ਕਰ ਦਿਓ। ਕਹਿੰਦੇ ਕਰਤਾ, ਕਰ ਦਿੱਤਾ ਮਾफ़। ਕਮਾਲ ਦੀ ਗੱਲ, उन्हों का रागी एडा विद्वान मरदाना, वो तल के खाण लई वो कहते माफ़ करता।
ਐਡਾ ਵੱਡਾ ਹਿਰਦਾ ਇਹਨਾਂ ਦਾ। ਇਹ ਤਾਂ ਕੋਈ ਖਾਸ ਮੈਂ ਡਿੱਗ ਪਿਆ ਚਰਨਾਂ ਤੇ ਦਾ ਕੋਡਾ ਰਾਖਸ਼ ਬਖਸ਼ ਦਿੱਤੇ। ਸੱਜਣ ਠੱਗ ਭੂਮੀਆਂ ਚੋਰ ਕਿੰਨਿਆਂ ਦੀਆਂ ਸੁਣਾਈਏ। ਸ਼ਾਂਤ, ਇੰਨੀ ਸ਼ਾਂਤੀ, ਸਹਿਜ, ਤੱਤੀ ਤਵੀ 'ਤੇ ਬਹਿ ਕੇ ਵੀ ਸ਼ਾਂਤ। ਅੱਜ ਤੱਕ ਇਹਨੂੰ ਮਾੜਾ ਜਿਹਾ ਕਹਿ ਕੇ ਦੇ ਲਓ, ਨੱਕ 'ਤੇ ਕੋਈ ਮੱਖੀ ਨਹੀਂ ਬਹਿਣ ਦਿੰਦਾ। ਤੂੰ ਮੈਨੂੰ ਕਹਿਣ ਵਾਲਾ ਹੁੰਦਾ ਕੌਣ ਆ? ਕੋਈ ਬਰਦਾਸ਼ਤ ਕਰਦਾ? ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ। ਸ਼ਾਂਤ, ਸਹਿਜ, ਕਿੰਨਾ ਸਹਿਜ ਆ, ਕਮਾਲ ਹੈ। ਸੁਖ, ਕਿੰਨਾ ਸੁਖ। ਕਹਿੰਦੇ ਦੁੱਖ ਨਹੀਂ ਸਭ ਸੁਖ ਹੀ ਹੈ ਰੇ, ਦੁੱਖ ਨਹੀਂ ਸਭ ਸੁਖ ਹੀ ਹੈ ਰੇ। ਤਤੀ ਦੇ ਵਿੱਚ ਬਹਿ ਕੇ ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸ਼ਲ ਸਮਾਨਾ। ਇਹ ਮੇਰਾ ਮਿੱਤਰ ਕਰ ਰਿਹਾ ਪਰਮਾਤਮਾ। ਮਨ ਉਪਜੋ, ਮਨ 'ਚ ਇੰਨਾ ਸੁਖ ਪੈਦਾ ਹੋ ਗਿਆ, ਇੰਨੀ ਸ਼ਾਂਤੀ, ਇੰਨਾ ਸਹਿਜ ਟਿਕਾ ਹੋ ਗਿਆ। ਮਨ ਉਪਜਿਓ, ਮਨ ਵਿੱਚ ਪੈਦਾ ਹੋ ਗਿਆ ਕੋਟ ਸੂਰ ਨਾਨਕ ਪ੍ਰਗਾਸ। ਅਤੇ ਹਿਰਦੇ 'ਚ ਕਹਿੰਦੇ ਕਰੋੜਾਂ ਸੂਰਜਾਂ ਦਾ ਗਿਆਨ ਦਾ ਪ੍ਰਕਾਸ਼ ਹੋ ਗਿਆ। ਕਰੋੜਾਂ ਸੂਰਜਾਂ ਦਾ। ਪੰਡਿਤ ਕਲਿਆਣ ਸਿੰਘ ਜੀ ਬੜੇ ਵਿਦਵਾਨ, ਸੰਤ ਹਰਖੋਲੀਆਂ ਕਹਿਣ ਲੱਗੇ, ਕਲਿਆਣ ਸਿੰਘ ਤੂੰ ਬੜਾ ਵਿਦਾਂਤ ਦਾ ਪੰਡਿਤ ਆ। ਜਿਹੜੀ ਆਤਮਾ ਦਾ ਤੂੰ ਦਿਨ ਰਾਤ ਗਿਆਨ ਕਰਦਾ, ਉਹ ਆਤਮਾ ਤੈਂ ਦੇਖੀ ਹੈ? ਉਹ ਆਤਮਾ ਦੇਖੀ ਹੈ? ਕਹਿੰਦੇ ਦਿਖਾ ਦਿਓ। ਰੱਬ ਦੇਖਿਆ? ਕਹਿੰਦੇ ਮੀਟ ਅੱਖਾਂ। ਜੇ ਅੱਖਾਂ ਮੀਟ ਖੋਲ, ਸੰਤ 5 ਸਾਲ ਦੇ ਬਾਲਕ ਬਣਿਓ ਖੜੇ ਆ। ਜਿਉਂ ਪ੍ਰਕਾਸ਼ ਨਿਕਲਣ ਲੱਗਾ, ਸਾਰਾ ਬ੍ਰਹਿਮੰਡ ਭਰ ਗਿਆ ਨੂਰੋ ਨੂਰ। ਸਰੀਰ ਹੈ ਨਹੀਂ, ਉਹ ਇੰਨਾ ਪ੍ਰਕਾਸ਼ ਉਹ ਤੋਂ ਜਰਿਆ ਨਾ ਜਾਏ। ਹੁਣ ਸਿਖਰ ਦੇ ਪਹਿਲਾਂ ਸੂਰਜ ਮੋਹਰੇ ਅੱਖਾਂ ਨਹੀਂ ਰਲਦੀਆਂ, ਉੱਥੇ ਦਾ ਕੋਟ ਸੂਰ ਪ੍ਰਕਾਸ਼ ਵਾਲੀ ਗੱਲ। ਕਹਿੰਦਾ ਮਹਾਰਾਜ ਪਹਿਲੇ ਸਰੂਪ ਸਾਹਮਣੇ ਆ ਗਿਆ। ਕਹਿੰਦੇ ਦੇਖ ਲਿਆ? ਸਾਰੀ ਉਮਰ ਬਦਾਂਤ ਘੁੱਟਦਾ ਰਿਹਾ, ਲੋਹੇ ਦੇ ਚਣੇ ਚੱਬਦਾ ਰਿਹਾ। ਇਹ ਬਿਨਾਂ ਕਮਾਈ ਤੋਂ ਗੱਲਾਂ ਨਹੀਂ ਬਣਦੀਆਂ। ਅਤੇ 2 ਤੇ 2 4 ਤਾਂ ਨਿਆਣਾ ਵੀ ਦੱਸ ਦਊਗਾ। ਗੱਜ ਕੇ ਬੋਲੋ। ਇਹ ਤੇਰੀ ਪੜ੍ਹਾਈ ਹੈਗੀ 2 ਤੋਂ 2 4 ਵਾਲੀ, ਪਰ ਇਹ ਪੜ੍ਹਾਈ ਹੈ ਅਨੁਭਵ ਗਿਆਨ ਦੀ ਕਮਾਈ ਕਰਕੇ। ਕਿਸੇ ਮਹਾਂਪੁਰਖ ਦੀ ਕਸਵੱਟੀ ਦੇ ਪੂਰੇ ਉਤਰ ਕੇ, ਮਾਰ ਖਾ ਕੇ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਉੱਥੇ ਮਰ ਜੀਵਾ, ਜੀਂਦਿਆਂ ਮਰਨਾ, ਆਪਣੀ ਹੋਂਦ ਮਟਾਉਣੀ। ਹੁਣ ਬੀਜ ਧਰਤੀ 'ਚ ਗਲੂਗਾ ਤਾਂ ਹੀ ਬੂਟਾ ਬਣੂ, ਮੁੜ ਕੇ ਬੀਜ ਵੀ ਤਾਂ ਹੀ ਪੈਦਾ ਹੋਊ। ਜੇ ਉਹ ਸਾਬਤ ਰਿਹਾ ਫਿਰ ਉਹ ਛੋਲਿਆਂ ਦਾ ਦਾਣਾ ਨਹੀਂ, ਉਹਦਾ ਪੱਥਰ ਦੀ ਗਟੀ ਹੈ। ਜਿੰਨਾ ਚਿਰ ਆਪਣੀ ਹੋਂਦ ਨਹੀਂ ਮਟਾਉਂਦਾ, ਉਨਾ ਚਿਰ ਗੁਰੂ ਘਰੋਂ ਲੱਜਣਾ ਕੁਝ ਨਹੀਂ। ਇਸ ਵਾਸਤੇ ਕਹਿੰਦੇ ਆ ਕੋਟ ਸੂਰ, ਕਰੋੜਾਂ ਸੂਰਜਾਂ ਦਾ ਨਾਨਕ ਪ੍ਰਕਾਸ਼। ਜਦੋਂ ਧੰਨ ਗੁਰੂ ਨਾਨਕ ਸਾਹਿਬ ਦੇ ਦੱਸੇ ਸ਼ਬਦ ਦੀ ਕਮਾਈ ਕੀਤੀ, ਉਹਨਾਂ ਦੇ ਉਪਦੇਸ਼ਾਂ 'ਤੇ ਅਮਲ ਕੀਤਾ, ਕਰੋੜਾਂ ਸੂਰਜਾਂ ਦਾ ਪ੍ਰਕਾਸ਼। ਇਹ ਬਖਸ਼ਿਸ਼ ਮਿਲਦੀ ਹੈ, ਇਹ ਮਿਹਰ ਕਿਰਪਾ ਪ੍ਰਸਾਦ ਨਾਲ ਚੀਜ਼ਾਂ ਮਿਲਦੀਆਂ। ਇਹ ਪ੍ਰਸਾਦ ਕਿਰਪਾ ਲੈਣ ਵਾਸਤੇ ਫਿਰ ਆਪਣੀ ਹੋਂਦ ਮਿਟਾ ਕੇ ਸੇਵਾ ਕਰਨੀ ਪੈਂਦੀ ਹੈ। ਅਤੇ ਆਪਾਂ ਦਾ ਬਚਨ ਮੰਨਣਾ ਹੀ ਔਖਾ ਨਾ। ਸੰਤਾਂ ਨੂੰ ਕਿਰਪਾ ਕਰੋ। ਸੰਤ ਕਹਿੰਦੇ ਉਹ ਰੋੜਾ ਲਿਆ ਚੁੱਕ ਕੇ। ਲੈ ਮਹਾਰਾਜ ਤੁਸੀਂ ਰੋੜਾ ਕੀ ਕਰਨਾ? ਕਹਿੰਦੇ ਕੁਝ ਵੀ ਨਹੀਂ ਕਰਨਾ, ਦੇਖਣਾ ਸੀ ਤੈਨੂੰ ਹੁਕਮ ਮੰਨਣ ਦੀ ਆਦਤ ਪਈ ਕਿ ਨਹੀਂ ਪਈ। ਰੋੜਾ ਨਹੀਂ ਕਰਨਾ, ਦੇਖਿਆ ਸੀ ਹੁਕਮ ਮੰਨਦਾ ਕਿ ਨਹੀਂ ਮੰਨਦਾ। ਪੜ੍ਹਾਈ ਹੁਕਮ ਦੀ ਹੈ, ਹੁਕਮ ਦੇ ਵਿੱਚ ਸਾਰੀਆਂ ਬਰਕਤਾਂ। ਆਗਿਆ ਸਾਹਮਣੇ ਸਾਹਿਬ ਸੇਵਾ। ਹੁਣ ਕੋਈ ਬੀਬੀ ਹੈ, ਉਹ ਚੌਂਕੀ ਦੇ ਪਤੀ ਦੀ ਫੋਟੋ ਰੱਖ ਲੈ, ਚੌਰ ਕਰਦੀ ਹੈ, ਟੱਲੀ ਖੜਕਾਉਂਦੀ ਹੈ, ਜੋਤ ਜਗਾਈ ਹੋਈ ਹੈ, ਧੂਫ ਤਗਾਇਆ ਹੋਇਆ, ਪਤੀ 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 ਕਰਦੀ ਹੈ। ਉਹ ਹਲ ਵਾਹ ਕੇ ਆਇਆ, ਉੱਠ ਕੇ ਸਵਾਗਤ ਨਹੀਂ ਕਰਦੀ, ਪਾਣੀ ਨਹੀਂ ਪੁੱਛਦੀ। ਉਹਦੀ ਕੀਤੀ ਪੂਜਾ ਤੋਂ ਪਤੀ ਦੀ ਪ੍ਰਸੰਨਤਾ ਮਿਲ ਜੂ? ਮਿਲ ਜਾਏਗੀ? ਗੱਲ ਮੈਂ ਪਾਹਣ ਲੈ ਲਟਕਾਵੇ, ਗੱਲ ਤਾਂ ਮੂਰਤੀ ਲਟਕਾ ਲਈ। ਨੀਰ ਬਰੋਲੇ ਖੱਪ ਖੱਪ ਮਰਦਾ, ਕਹਿੰਦੇ ਉਹ ਪਾਣੀ ਬਰੋਲ ਰਿਹਾ, ਉੱਥੋਂ ਲੱਜਣਾ ਕੀ ਹੈ। ਅੰਦਰ ਪਿਆਰ ਹੈ ਨਹੀਂ, ਇਹ ਦਿਖਾਵੇ ਦੀ ਪੂਜਾ ਹੈ। ਅਤੇ ਮਹਾਰਾਜ ਉੱਥੇ ਗਏ ਸੀ ਨਾ,
ਉਹ ਪੰਡਤ ਨੇ ਇਹ ਸੁਆਂਗ ਰਚਿਆ ਹੋਇਆ। ਕਹਿੰਦਾ ਜਿਹੜੇ ਮੈਂ ਅੱਖਾਂ ਮੀਟਦਾ ਮੈਨੂੰ ਤਿੰਨਾਂ ਲੋਕਾਂ ਦੀ ਖਬਰ। ਜਿਹੜੇ ਅੱਖਾਂ ਮੀਟੀਆਂ ਮਾਰੇ ਮਰਦਾਨੇ ਨੂੰ ਕਿਹਾ ਚੌਂਕੀ ਚੱਕ ਕੇ ਪਰੇ ਛੱਡਿਆ। ਉਹ ਪਰੇ ਰੱਖਿਆ, ਜਿਹੜੇ ਦੇਖਿਆ ਕੁਛ ਵੀ ਨਹੀਂ। ਵੀ ਜਿਹਦੇ ਆਸਰੇ ਮੈਂ ਠੱਗੀ ਠੋਰੀ ਕਰਕੇ ਲੋਕਾਂ ਤੋਂ ਮਾਇਆ ਲੁੱਟਦਾ ਸੀ ਠਾਕਰਾਂ ਨੂੰ। ਕਹਿੰਦੇ ਮਹਾਰਾਜ ਕਿੰਨ ਚੁੱਕਿਆ? ਮਹਾਰਾਜ ਕਹਿੰਦੇ ਵੀ ਤੈਨੂੰ ਤਿੰਨਾਂ ਲੋਕਾਂ ਦੀ ਖਬਰ ਹੈ, ਤੈਨੂੰ ਪਤਾ ਨਹੀਂ ਕਿੰਨ ਚੁੱਕਿਆ? ਹੁਣੇ ਤੂੰ ਕਹਿੰਦਾ ਮੈਨੂੰ ਤਿੰਨਾਂ ਲੋਕਾਂ ਦੀ ਖਬਰ ਆ। ਕਾਲ ਨਾਹੀਂ ਜੋਗ ਨਾਹੀਂ ਸਤ ਕਾ ਢੱਬ, ਥਾਂ ਨਿਸ਼ਟ ਜਗ ਭ੍ਰਿਸ਼ਟ ਹੋਏ ਟੂਪ ਤੈਬ ਜਗ। ਕੱਲ ਮੈਂ ਰਾਮਨਾਮਾ ਸਰ, ਅੱਖੀਂ ਤਾਂ ਮੀਟੈ ਨਾਗ ਪਕੜੈ ਠਗਣ ਕੋ ਸੰਸਾਰ। ਆਂਟ ਸੇਤੀ ਨਾਗ ਪੜੇ ਸੂਈ ਤੇ ਤਿੰਨ ਲੋ, ਮਗਰ ਪਾਸ਼ੇ ਕਸ਼ ਨੂੰ ਇਹ ਪਦ ਮਲੋ। ਆਂਟ ਪੇ ਐਉਂ ਨੱਕ ਫੜਿਆ ਸੀ। ਕਹਿੰਦਾ ਤਿੰਨਾਂ ਲੋਕਾਂ ਦੀ ਖਬਰ, ਤੇ ਹੁਣ ਇਹ ਨਹੀਂ ਪਤਾ ਚੌਂਕੀ ਕਿੱਥੇ? ਕਹਿੰਦਾ ਮੈਂ ਤਾਂ ਮਾਇਆ ਲਈ ਕਰਦਾ। ਕਹਿੰਦੇ ਜੇ ਤੂੰ ਪਖੰਡ ਨਾ ਰੱਬ ਦਾ ਨਾਂ ਲੈਣਾ ਰੋਟੀ ਮਿਲੀ ਜਾਂਦੀ, ਜੇ ਸੱਚੇ ਇਰਾਦੇ ਫੇਰ ਨਾ ਦਊਗਾ। ਇਸ ਵਾਸਤੇ ਜਦੋਂ ਇਨਸਾਨ ਸੱਚ ਦਾ ਪੱਲਾ ਫੜਦਾ ਤੇ ਗੁਰੂ ਮਹਾਰਾਜ ਫਿਰ ਗਏ ਕਿੱਥੇ? ਇਸ ਕਰਕੇ ਸਤਸੰਗੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ 'ਤੇ ਸਾਰੀਆਂ ਸੰਗਤਾਂ ਨੇ ਉਦਮ ਪ੍ਰਸ਼ਾਰਥ ਕਰਦਿਆਂ ਹੋਇਆਂ ਗੁਰੂ ਮਹਾਰਾਜ ਚਰਨਾਂ ਸੱਜ ਕੇ ਅੰਮ੍ਰਿਤ ਬਾਣੀ ਦਾ ਕੀਰਤਨ ਗਿਆਨੀ ਜੀ ਤੋਂ ਸਰਵਣ ਕੀਤਾ ਅਤੇ ਸ਼੍ਰੀ ਮੁੱਖ ਵਾਕ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ। ਗੁਰੂ ਮਹਾਰਾਜ ਮਿਹਰ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ। ਔਰ ਪ੍ਰਬੰਧਕਾਂ ਦਾ, ਸੰਗਤਾਂ ਦਾ, ਸਾਰੀਆਂ ਦਾ ਧੰਨਵਾਦ, ਸੇਵਾਦਾਰਾਂ ਦਾ। ਔਰ ਮਹਾਰਾਜ ਇਸ ਤਰ੍ਹਾਂ ਪਿਆਰ ਬਣਾਈ ਰੱਖਣ। ਖਾਲਸਾ ਪੰਥ ਏਕਤਾ ਇਤਫਾਕ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਪਿੱਛੇ ਹੁਣ ਹੋਲੇ ਮਹੱਲੇ ਦਾ ਤਿਉਹਾਰ ਮਨਾਇਆ ਗਿਆ। ਇੱਕ ਆ ਕਰੋਨੇ ਦੀ ਬਿਮਾਰੀ ਕਰਕੇ ਕਾਫੀ ਦਹਿਸ਼ਤ ਵੀ ਪਈ ਹੈ ਲੋਕਾਂ 'ਚ। ਪ੍ਰੇਮੀ ਫੇਰ ਵੀ ਵੇ ਜਾਂਦੇ ਆ, ਪਰਵਾਹ ਨਹੀਂ ਕਰਦੇ। ਹੁਣ ਨੌਵੇਂ ਪਾਤਸ਼ਾਹ ਦਾ 400 ਸਾਲਾ, ਉਹਦੇ ਵਾਸਤੇ ਵੀ ਸੰਗਤਾਂ ਤਿਆਰੀਆਂ ਕਰਦੀਆਂ। ਔਰ ਵਿਸਾਖੀ ਦਾ ਤਿਉਹਾਰ ਵੀ ਆ ਰਿਹਾ। ਪਹਿਲਾਂ ਵਿਸਾਖੀ ਭਾਈ ਪਾਰੋ ਦੀ ਬੇਨਤੀ ਦੇ ਗੋਇੰਦਵਾਲ ਆਰੰਭ ਹੋਏ, ਫਿਰ ਕਰਤਾਰਪੁਰ ਦੁਆਬੇ ਵਾਲੇ। ਵੈਸੇ ਦਮਦਮਾ ਸਾਹਿਬ ਕਾਫੀ ਮੇਲਾ ਲੱਗਦਾ, ਸਾਬੋ ਕੀ ਤਲਵੰਡੀ। ਇਸੇ ਤਰ੍ਹਾਂ ਇਹ ਖਾਲਸੇ ਦੀ ਜਨਮ ਭੂਮੀ ਕੇਸਗੜ੍ਹ, ਜਦੋਂ ਸਿੱਖੀ ਦੀ ਪਰਖ ਹੋਈ 1699। ਔਰ ਸੀਸ ਭੇਟ ਸਰਜੀਤ ਕਰਨਾ, ਅਮਰ ਦੀ ਦਾਤ, ਪੀਵਾ ਪੌਲ ਖੰਡ ਤਾਰ ਹੋਵੇ, ਜਨਮ ਸੇਲਾ ਬਾਬਾ ਗੋਬਿੰਦ ਆਪੇ ਗੁਰ ਚੇਲਾ। ਇਹ ਗੁਰਪੁਰਬ ਵੀ ਆ ਰਹੇ। ਬੰਦੇ ਬਹਾਦਰ ਦੇ ਸਥਾਨ 'ਤੇ 83 ਵੀ ਉਹ ਵਿਸਾਖੀ ਮਨਾਉਂਦੇ। ਪਿੱਛੇ ਵੀ ਕਰੋਨੇ ਕਰਕੇ ਰਿਹਾ, ਐਤਕੀ ਵੀ ਇਸ ਤਰ੍ਹਾਂ ਦਾ ਹੀ ਚਲਾ ਰਿਹਾ। ਪਰ ਫਿਰ ਵੀ ਪਿਆਰ ਵਾਲੀਆਂ ਸੰਗਤਾਂ ਜਿੱਥੇ ਵੀ ਹੈ, ਗੁਰੂ ਮਹਾਰਾਜ ਨੂੰ ਸਾਖੀ ਜਾਣ ਕੇ ਇਹ ਗੁਰਪੁਰਬ ਮਨਾਉਂਦੇ ਆ। ਮਹਾਰਾਜ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਾਰਿਆਂ ਦਾ ਫੇਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।